ਸਾਲ ਦੀ ਉਮਰ ਦੇ ਵਿੱਚ ਇੰਡੀਆ ਤੋਂ ਬਾਹਰ ਚਲੇ ਗਏ? मैं 29.5 साल की उम्र मतलब रफली 30 साल की उम्र। नकल की भारत सरकार ने नीतिश कुमार दी। घूमण का मैनू शौक सी। एक 40 साल बाद मैं वो बेड़ियां वाला शहर वेख्या जाके, वीनस जिन्हों कहिंदे आप अंग्रेजी च, पर फिर मैनू इंडियन मुंडे मिले टूरिस्ट फिर कहते जी इत्थे उहनूं वेनीशिया कहिंदे आ। ਇੰਨੀਆਂ ਜਗ੍ਹਾ ਦੇ ਉੱਤੇ ਜਾਣ ਤੋਂ ਬਾਅਦ ਦੇ ਵਿੱਚ ਆਸਟ੍ਰੇਲੀਆ ਨੂੰ ਹੀ ਕਿਉਂ ਚੁਣਿਆ? सब तो वड्डी गल तो अनजल्दी लै लो। तो मैं अक के आस्ट्रेलिया जो निकलन लग्या तो मैं वीज़ा लैन गया न्यूजीलैंड का। वो अगे लेडी सी, उन्हें मैनू वीज़े तो ना कर दी। तो मैं फिर अपनी उन्होंने बहादरी कह लो, बेवकूफ़ी कह लो। मैं क्या टुमारो आई एम गोइंग टू ऑकलैंड, स्टे देयर 1 वीक एंड सी हू इज़ गोइंग टू स्टॉप मी। वीज़ा देने वाली लेडी चाह रही थे। चलो वो मैंने टैक्नीकली गल पता ही, मैं बिना वीज़े तो चला गया उत्थे, क्योंकि 48 घंटे बिना वीज़े तो बंदा रह सकता है। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇ ਪ੍ਰੋਗਰਾਮ ਖਾਸ ਗੱਲਬਾਤ ਦੇ ਵਿੱਚ ਦੇਸ਼ ਵਿਦੇਸ਼ ਦੀ ਸੰਗਤ ਦਾ ਸਵਾਗਤ ਹੈ ਤੇ ਮੈਂ ਹਾਂ ਹਰਿੰਦਰ ਸਿੰਘ ਗਿੱਲ। ਸੋ ਆਓ ਅੱਜ ਦੀ ਗੱਲਬਾਤ ਜਿਹੜੀ ਆ ਉਹ ਕਰਾਂਗੇ ਗਿਆਨੀ ਸੰਤੋਖ ਸਿੰਘ ਜੀ ਹੋਰਾਂ ਦੇ ਨਾਲ, ਜਿਨ੍ਹਾਂ ਨੇ 10 ਕਿਤਾਬਾਂ ਹੁਣ ਤੱਕ ਲਿਖੀਆਂ ਨੇ ਅਤੇ ਤੁਸੀਂ ਉਹਨਾਂ ਨੂੰ ਬਹੁਤ ਅੱਛੀ ਤਰ੍ਹਾਂ ਜਾਣਦੇ ਵੀ ਹੋ। ਅੱਜ ਦੀ ਮੁਲਾਕਾਤ ਜਿਹੜੀ ਆ ਤੁਹਾਡੀ ਉਹਨਾਂ ਦੇ ਨਾਲ ਕਰਾਵਾਂਗੇ ਅਤੇ ਉਹਨਾਂ ਦੀਆਂ ਕੁਝ ਕਿਤਾਬਾਂ ਜਿਹੜੀਆਂ ਆ ਉਹ ਤੁਸੀਂ ਦੇਖ ਵੀ ਸਕਦੇ ਹੋ ਕਿ ਮੇਰੇ ਹੱਥ ਦੇ ਵਿੱਚ ਵੀ ਨਜ਼ਰ ਆ ਰਹੀਆਂ ਨੇ। ਸੋ ਉਹਨਾਂ ਦੇ ਬਾਰੇ ਦੇ ਵਿੱਚ ਅੱਜ ਦੀ ਸਮੁੱਚੀ ਜਾਣਕਾਰੀ ਉਹਨਾਂ ਤੋਂ ਹੀ ਜਾਣਾਂਗੇ ਕਿ ਉਹਨਾਂ ਦਾ ਪਿੰਡ ਕਿਹੜਾ ਆ ਅਤੇ ਹੋਰ ਵੀ ਕੁਝ ਰੌਚਕ ਗੱਲਾਂ ਜਿਹੜੀਆਂ ਉਹ ਕਰਾਂਗੇ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਿੰਦਰ ਸਿੰਘ ਜੀ ਤੁਹਾਡੇ ਰਾਹੀਂ ਸਾਰੇ ਹੀ ਦਰਸ਼ਕਾਂ ਨੂੰ ਵੀ ਮੇਰੀ ਫਤਿਹ ਪ੍ਰਵਾਨ ਹੋਵੇ। ਧੰਨਵਾਦ ਜੀ। ਸੋ ਗਿਆਨੀ ਜੀ, ਸਭ ਤੋਂ ਪਹਿਲਾਂ ਇਹ ਜਾਣਨਾ ਚਾਹੂੰਗਾ ਕਿ ਅੰਮ੍ਰਿਤਸਰ ਦੇ ਵਿੱਚ ਇਸ ਵੇਲੇ ਅਸੀਂ ਬੈਠੇ ਹਾਂ ਅਤੇ ਤੁਸੀਂ ਅੰਮ੍ਰਿਤਸਰ ਸ਼ਹਿਰ ਦੇ ਹੀ ਰਹਿਣ ਵਾਲੇ ਹੋ? ਇਹ ਮੇਰੇ ਭਰਾ ਦਾ, ਛੋਟੇ ਭਰਾ ਦਾ ਘਰ ਆ ਅੰਮ੍ਰਿਤਸਰ ਦੇ ਵਿੱਚ। ਅਤੇ ਅਸੀਂ ਉਂਝ ਤਾਂ ਸਾਡਾ ਪਿੰਡ ਜਿਹੜਾ ਇੱਥੋਂ 22ਵੇਂ ਮੀਲ 'ਤੇ ਮਹਿਤਾ ਰੋਡ ਦੇ ਉੱਪਰ ਸੂਰੋ ਪੱਡਾ ਨਿੱਕਾ ਜਿਹਾ ਪਿੰਡ ਹੈਗਾ। ਅਤੇ ਪਰ 1953 ਤੋਂ ਸਭ ਤੋਂ ਪਹਿਲਾਂ 1952 ਦੀ ਦਿਵਾਲੀ 'ਤੇ ਮੇਰੇ ਭਾਈਆ ਜੀ, ਅਸੀਂ ਪਿਤਾ ਨੂੰ ਭਾਈਆ ਜੀ ਕਹਿੰਦੇ ਸੀ, ਦਿਵਾਲੀ 'ਤੇ ਲੈ ਕੇ ਆਏ ਸੀ। ਸੋ 53 ਤੋਂ ਫਿਰ ਸਾਡਾ ਇੱਥੇ ਆਉਣਾ ਜਾਣਾ ਲੱਗਿਆ ਰਿਹਾ। ਅਤੇ ਕਿਉਂਕਿ ਮੇਰੇ ਪਿਤਾ ਜੀ ਸ਼੍ਰੋਮਣੀ ਕਮੇਟੀ ਵਿੱਚ ਸਨ, ਅਕਾਲ ਤਖਤ ਸਾਹਿਬ ਦੇ ਮੁੱਖ ਗ੍ਰੰਥੀ ਵੀ ਰਹੇ ਉਹਨਾਂ ਦਿਨਾਂ 'ਚ। ਅਤੇ ਉਹ ਫਿਰ ਮੈਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਤੋਂ 58 ਤੋਂ ਲੈ ਕੇ 60 ਤੱਕ ਗੁਰਮਤਿ ਸੰਗੀਤ ਦਾ ਕੋਰਸ ਕਰਕੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਰਾਗੀ ਲੱਗ ਗਿਆ ਸੀ। ਅੱਛਾ, ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਐਜ਼ ਏ ਰਾਗੀ ਵੀ ਸੇਵਾਵਾਂ ਦਿੱਤੀਆਂ ਨੇ। ਕਿੰਨਾ ਚਿਰ ਫਿਰ ਇੱਥੇ ਜਿਹੜਾ ਸੇਵਾਵਾਂ ਦਿੱਤੀ? 12-13 ਸਾਲ ਸ਼੍ਰੋਮਣੀ ਕਮੇਟੀ 'ਚ ਵੱਖ-ਵੱਖ ਸੇਵਾਵਾਂ 'ਚ ਰਾਗੀ, ਪ੍ਰਚਾਰਕ, PA2 ਪ੍ਰੈਜ਼ੀਡੈਂਟ ਮੈਂ ਸੇਵਾ ਕਰਦਾ ਰਿਹਾ। ਫਿਰ ਮੈਨੂੰ ਬਾਹਰੋਂ ਮੇਰੀ ਦੁਨੀਆ ਵੇਖਣ ਦੀ ਬੜੀ ਖਾਹਿਸ਼ ਸੀ। ਬਾਹਰੋਂ ਫਿਰ ਮੈਨੂੰ ਆਫਰ ਆ ਗਈ, ਅਫਰੀਕਾ ਦਾ ਛੋਟਾ ਜਿਹਾ ਮੁਲਕ ਹੈ ਮਲਾਵੀ, ਅਤੇ 2 ਸਾਲ ਦਾ ਵਰਕਿੰਗ ਵੀਜ਼ਾ, ਹਵਾਈ ਜਹਾਜ਼ ਟਿਕਟ। ਇੱਥੋਂ ਫਿਰ ਮੈਂ ਸਾਲ ਦੀ ਵਿਦਆਊਟ ਪੇ ਛੁੱਟੀ ਲੈ ਕੇ ਚਲਾ ਗਿਆ ਸੀ। ਉੱਥੋਂ ਫਿਰ ਪੈਸੇ ਬਚਾ ਕੇ, ਦੁਨੀਆ ਵੇਖਣ ਦਾ ਸ਼ੌਕ ਸੀ ਪਰਿਵਾਰ ਨੂੰ, ਬੱਚੇ ਮੇਰੇ 2 ਉੱਥੇ ਹੀ ਪੈਦਾ ਹੋਏ, ਅਤੇ ਉਹਨਾਂ ਨੂੰ ਖਰਚ ਦੇ ਕੇ, ਆਪ ਖਰਚ ਪੱਲੇ ਬੰਨ੍ਹ ਕੇ ਰਾਊਂਡ ਦਾ ਵਰਲਡ ਟਿਕਟ ਲੈ ਕੇ ਫਿਰ ਮੈਂ ਘੁੰਮਿਆ। ਕਿੰਨੇ ਕੁ ਸਾਲ ਦੀ ਉਮਰ ਦੇ ਵਿੱਚ ਇੰਡੀਆ ਤੋਂ ਬਾਹਰ ਚਲੇ ਗਏ? ਮੈਂ 29.5 ਸਾਲ ਦੀ ਉਮਰ 'ਚ, ਮਤਲਬ ਰਫਲੀ 30 ਸਾਲ ਦੀ ਉਮਰ 'ਚ। ਅਤੇ ਹੁਣ ਮੈਂ 78 ਹੈਗਾ ਹਾਂ, ਅਤੇ ਉਦੋਂ ਦਾ ਬਾਹਰ ਹੀ ਫਿਰ ਰਿਹਾ ਵਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਵੀ ਤੁਸੀਂ ਨੌਕਰੀ ਕੀਤੀ। ਕਿਵੇਂ ਦੇ ਤਜਰਬੇ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ? ਦੇਖੋ ਜੀ, ਤੂੰ ਵੀ ਬਦਲ ਫਲਕ ਕੇ ਜ਼ਮਾਨਾ ਬਦਲ ਗਿਆ। ਹੁਣ ਵੱਡਾ ਸ਼੍ਰੋਮਣੀ ਕਮੇਟੀ ਦਾ ਸਾਡੇ ਵੇਲੇ ਨਾਲੋਂ ਵੱਡਾ ਅਦਾਰਾ ਹੋ ਗਿਆ। ਵੱਧ ਸੰਸਥਾਵਾਂ ਇਸ ਦੇ ਅਧੀਨ ਕੰਮ ਕਰਦੀਆਂ ਨੇ, ਵਧੇਰੇ ਮੁਲਾਜ਼ਮ ਨੇ, ਵਧੇਰੇ ਸਹੂਲਤਾਂ ਨੇ, ਵਧੇਰੇ ਤਨਖਾਹਾਂ ਨੇ। ਹਰ ਪਾਸਿਓਂ ਵਿਜ਼ੀਬਲੀ ਜੋ ਸਾਹਮਣੇ ਨਜ਼ਰ ਆਉਂਦਾ ਆ, ਉਹ ਸਾਡੇ ਵੇਲੇ ਨਾਲੋਂ ਬਹੁਤ ਅੱਗੇ ਆ। ਸਾਡੇ ਵੇਲੇ ਖਿੱਚ ਧੂ ਪਾ ਕੇ 1.25 ਕਰੋੜ ਬਜਟ ਸਾਰੀ ਸ਼੍ਰੋਮਣੀ ਕਮੇਟੀ ਦਾ ਹੁੰਦਾ ਸੀ। ਅੱਜ ਗੁਰੂ ਦੀ ਕਿਰਪਾ ਨਾਲ 11-12 ਅਰਬ ਦਾ ਬਜਟ ਹੋ ਗਿਆ। ਅਤੇ ਭਾਈ ਪਰਿਵਾਰ ਦੇ ਵਿੱਚ ਵੀ, ਵੱਡੇ ਪਰਿਵਾਰ ਦੇ ਵਿੱਚ
ਇੰਬੈਜ਼ਲਮੈਂਟ ਵੀ ਹੋ ਜਾਂਦੀ ਆ, ਗਲਤ ਖਰਚ ਵੀ ਹੋ ਜਾਂਦੇ ਆ। ਇਸ ਤਰ੍ਹਾਂ ਸਾਰੀਆਂ ਸੰਸਥਾਵਾਂ ਵਿੱਚ ਹੋ ਜਾਂਦੇ ਆ ਵੀ ਸਾਨੂੰ ਸਹੀ ਸਾਹਮਣੇ, ਕਿਉਂਕਿ ਹੁਣ ਮੇਰੇ ਮਿੱਤਰ ਹਰਮਨ ਰੇਡੀਓ ਚਲਾਉਣ ਵਾਲੇ ਆਏ, ਪਹਿਲਾਂ ਵੀ ਇੱਕ ਸੱਜਣ ਆਏ ਸੀ। ਦੇਖੋ ਇੰਨਾ ਸ਼੍ਰੋਮਣੀ ਕਮੇਟੀ ਬਾਰੇ, ਅਕਾਲੀ ਸਰਕਾਰ ਬਾਰੇ, ਅਕਾਲੀ ਦਲ ਬਾਰੇ ਇੰਨਾ ਗਲਤ ਪ੍ਰਾਪੇਗੰਡਾ ਹੁੰਦਾ ਹੈ। ਅਤੇ ਜਦੋਂ ਅਸੀਂ ਇੱਥੇ ਆਣ ਕੇ ਵੇਖਦੇ ਹਾਂ ਵੀ ਕਿੰਨਾ ਸੋਹਣਾ ਗੁਰਦੁਆਰਿਆਂ ਦਾ ਪ੍ਰਬੰਧ ਆ, ਸਰਾਵਾਂ ਆ, ਲੰਗਰ ਚੱਲਦੇ ਆ। ਸੋ ਇਸ ਲਈ ਗੁਣ ਅਵਗੁਣ ਸਭ ਮਾਹੇ ਸਰੀਰ ਹੈ, ਜਿਵੇਂ ਮਹਾਰਾਜ ਨੇ ਕਿਹਾ। ਇਸ ਤਰ੍ਹਾਂ ਹੀ ਹਰ ਸੰਸਥਾ ਦੇ ਵਿੱਚ ਖੂਬੀਆਂ ਅਤੇ ਬੇਖੂਬੀਆਂ ਵੀ ਹੁੰਦੀਆਂ। ਦੇਰ ਇਜ਼ ਆਲਵੇਜ਼ ਰੂਮ ਫਾਰ ਇੰਪਰੂਵਮੈਂਟ। ਚੰਗੇ ਨੂੰ ਚੰਗੇਰਾ ਬਣਾਉਣ ਲਈ ਹਮੇਸ਼ਾ ਹੀ ਗੁੰਜਾਇਸ਼ ਹੁੰਦੀ ਹੈ। ਅਤੇ ਆਪਾਂ ਲਾਕੀ ਬੰਨਿਆ ਹੁੰਦਾ ਇੱਕ ਪਾਸੇ ਵੀ ਜਿਹੜੇ ਸੇਵਾਦਾਰ ਨੇ ਮੂਹਰੇ ਉਹਨਾਂ ਨੂੰ ਬਦਨਾਮ ਹੀ ਕਰੋ, ਬਦਨਾਮ। ਅੰਦਰ ਲੁਕੀ ਹੋਈ ਭਾਵਨਾ ਹੁੰਦੀ ਹੈ ਵੀ ਇਹ ਕਿਉਂ ਖਾ ਰਹੇ ਆ, ਅਸੀਂ ਇਹਨਾਂ ਦੇ ਥਾਂ ਖਾਈਏ। ਤੇ ਗਿਆਨੀ ਜੀ, ਗੱਲ ਕਰੀਏ, ਤੁਸੀਂ ਕਿਹਾ ਕਿ ਤੁਸੀਂ ਲਗਭਗ 29-30 ਸਾਲ ਦੀ ਉਮਰ ਦੇ ਵਿੱਚ ਬਾਹਰ ਚਲੇ ਗਏ ਅਤੇ ਹੁਣ ਤੁਸੀਂ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਹੋ, ਸਿਡਨੀ ਸ਼ਹਿਰ ਦੇ ਵਿੱਚ ਰਹਿ ਰਹੇ ਹੋ। ਅਤੇ ਮੈਂ ਦਰਸ਼ਕਾਂ ਨੂੰ ਵੀ ਦੱਸ ਦੇਵਾਂ ਕਿ ਭਾਰਤ ਸਰਕਾਰ ਦੇ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 65 ਸਿੱਖਾਂ ਨੂੰ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਬੁਲਾਇਆ ਗਿਆ ਸੀਗਾ ਇਹਨਾਂ ਸਮਾਗਮਾਂ ਦੇ ਵਿੱਚ ਹਿੱਸਾ ਲੈਣ ਵਾਸਤੇ। ਸੋ ਉਹਦੇ ਵਿੱਚ ਗਿਆਨੀ ਜੀ ਜਿਹੜੇ ਆ, ਗਿਆਨੀ ਸੰਤੋਖ ਸਿੰਘ ਜੀ, ਉਹ ਵੀ ਪਹੁੰਚੇ। ਅਤੇ ਉਹ ਵੀ ਥੋੜ੍ਹਾ ਜਿਹਾ, ਮੈਂ ਜਿਹੜੀ ਗੱਲ ਪਹਿਲਾਂ ਕਰਨ ਲੱਗਾ ਸੀਗਾ ਉਹ ਮੈਂ ਬਾਅਦ 'ਚ ਆਉਂਦਾ ਹਾਂ। ਅਤੇ ਤਜਰਬਾ ਕਿਵੇਂ ਦਾ ਰਿਹਾ ਜਦੋਂ ਤੁਸੀਂ ਹੁਣ ਆਏ, ਅਤੇ ਭਾਰਤ ਸਰਕਾਰ ਕਿੱਥੇ ਕਿੱਥੇ ਲੈ ਕੇ ਗਈ, ਕਿਵੇਂ ਦਾ ਪ੍ਰੋਗਰਾਮ ਸੀ ਇਹ ਆ ਭਾਰਤ ਸਰਕਾਰ ਵੱਲੋਂ ਤਾਂ ਬਹੁਤ ਵਧੀਆ ਸੀ। ਨਕਲ ਕੀਤੀ ਭਾਰਤ ਸਰਕਾਰ ਨੇ ਨਿਤਿਸ਼ ਕੁਮਾਰ ਦੀ, ਜੋ 16 ਦੇ ਵਿੱਚ 2016 'ਚ ਉਹਨਾਂ ਨੇ ਕਲਗੀਧਰ ਪਾਤਸ਼ਾਹ ਦੇ 350 ਸਾਲਾਂ 'ਚ ਉਹਨਾਂ ਦਾ ਪ੍ਰਬੰਧ ਬਹੁਤ ਚੰਗਾ ਸੀ ਅਤੇ ਵੈਲ ਔਰਗੇਨਾਈਜ਼ ਸੀਗਾ। ਅਤੇ ਉਹਦੇ ਮੁਕਾਬਲੇ 'ਤੇ ਪ੍ਰਬੰਧ ਓਨਾ ਵਧੀਆ ਤਾਂ ਨਹੀਂ ਸੀ, ਪਰ ਫਿਰ ਵੀ ਆਪਣੇ ਵੱਲੋਂ ਸਰਕਾਰ ਨੇ ਖਰਚ ਦੀ ਕੋਈ ਕਮੀ ਨਹੀਂ ਰੱਖੀ ਅਤੇ ਉਹਨਾਂ ਨੇ ਸਾਰਾ ਕੁਝ ਕੀਤਾ ਜਿੰਨਾ ਕੁ ਉਹਦੇ 'ਚ ਪਹੁੰਚ ਸੀ। ਅਤੇ ਪਰ ਉਹਦੇ ਮੁਕਾਬਲੇ 'ਤੇ ਮੈਨੂੰ ਥੋੜ੍ਹਾ ਜਿਹਾ ਫਿੱਕਾ ਜਿਹਾ ਲੱਗਿਆ। ਕਾਰਨ ਇਹ ਸੀ ਵੀ ਇੱਥੇ ਵੀ ਸਿੱਖਾਂ ਦੀ ਸ਼੍ਰੋਮਣੀ ਧਾਰਮਿਕ ਸੰਸਥਾ ਜਿਹੜੀ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਤੇ ਪੰਜਾਬ ਸਰਕਾਰ ਦੇ ਵਿਚਾਰ ਵੱਖ-ਵੱਖ ਹੋਣ ਕਰਕੇ ਦੋਹਰੇ ਖਰਚ ਹੋਏ ਨੇ। ਦੋਹਰੇ ਪੰਡਾਲ ਲੱਗੇ ਨੇ, ਦੋਹਰੇ ਨਗਰ ਕੀਰਤਨ ਨਿਕਲੇ ਨੇ। ਤਾਂ ਇਸ ਲਈ ਜੇ ਸਾਂਝੇ ਕਿਤੇ ਹੋ ਜਾਂਦੇ ਅਤੇ ਸਭੇ ਸਾਝੀਵਾਲ ਸਦਾਇਨ ਤੂੰ ਕਿਸੇ ਨੇ ਦਿਸਾ ਬਾਹਰਾ ਜਿਉ, ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸੇ ਲਏ ਮਿਲਾਏ ਜੀ। ਉਹ ਉਪਦੇਸ਼ ਸੀ, ਪਰ ਉਸ ਉਪਦੇਸ਼ ਨੂੰ ਅਸੀਂ ਨਿੱਜੀ ਵਕਾਰਾਂ ਦਾ, ਛੋਟੀਆਂ ਗੱਲਾਂ ਦਾ ਸਵਾਲ ਬਣਾ ਕੇ ਆਪਾਂ ਇਕੱਠੇ ਨਹੀਂ ਹੋ ਸਕੇ। ਇੱਕੋ ਹੀ ਕੰਮ ਲਈ ਦੋਹਰੇ ਖਰਚ ਹੋਏ ਅਤੇ ਸਗੋਂ ਸ਼ਰਧਾਲੂਆਂ ਦੇ ਵਿੱਚ ਜਿੰਨਾ ਉਤਸ਼ਾਹ ਪੈਦਾ ਹੋਣਾ ਚਾਹੀਦਾ ਸੀ, ਉਹਦੇ ਵਿੱਚ ਕੁਝ ਨਾ ਕੁਝ ਕਿਸੇ ਨਾ ਕਿਸੇ ਥਾਂ 'ਤੇ ਕਮੀ ਰਹੀ। ਫਿਰ ਵੀ ਮੇਰੇ ਸ਼੍ਰੋਮਣੀ ਕਮੇਟੀ ਦੇ ਆਗੂਆਂ ਪ੍ਰਬੰਧਕਾਂ ਨਾਲ ਵਿਚਾਰ ਹੋਈ ਆ। ਉਹ ਕਹਿੰਦੇ ਵੀ ਅਸੀਂ ਸ਼ੁਕਰ ਮਨਾਉਂਦੇ ਹਾਂ ਵੀ ਕੋਈ ਮਾੜੀ ਘਟਨਾ ਨਹੀਂ ਵਾਪਰੀ, ਵੀ ਸਾਰਾ ਕੰਮ ਸਮੂਥਲੀ ਜਿਵੇਂ ਅਸੀਂ ਚਾਹਿਆ ਸੀ ਤਕਰੀਬਨ ਨੀਅਰਲੀ ਉਸ ਤਰ੍ਹਾਂ ਸਿਰੇ ਚੜ੍ਹ ਗਿਆ। ਅਤੇ ਹੁਣ ਅਸੀਂ ਆਰਾਮ ਦਾ, ਸੁੱਖ ਦਾ ਸਾਹ ਲੈ ਰਹੇ ਹਾਂ। ਨਹੀਂ ਤਾਂ ਅਸੀਂ ਮਹੀਨਿਆਂ ਤੋਂ ਨਾ ਸੂਲੀ 'ਤੇ ਟੰਗੇ ਹੋਏ ਸੀ ਵੀ ਆਹ ਨਾ ਨੁਕਸ ਰਹਿ ਜਾਵੇ, ਆਹ ਨਾ ਰਹਿ ਜਾਵੇ, ਇੱਥੇ ਗੜਬੜ ਨਾ ਹੋ ਜਾਵੇ। ਅਤੇ ਉਹ ਗੁਰੂ ਸਾਹਿਬ ਦਾ ਧੰਨਵਾਦ ਹੀ ਕਰਦੇ ਨੇ ਉਹ ਪ੍ਰਬੰਧਕ। ਕਿੱਥੇ ਲੈ ਕੇ ਗਏ ਫਿਰ? ਸਾਨੂੰ ਇਹਨਾਂ ਨੇ, ਕਿਉਂਕਿ ਆਪਣਾ ਮੈਂ ਤਾਂ ਪਹਿਲਾਂ ਆ ਗਿਆ ਸੀ ਇੱਥੇ, ਅਤੇ ਉੱਥੇ ਫਿਰ ਉਹ ਮੈਨੂੰ ਲੱਭਦਿਆਂ ਮੇਰੇ ਛੋਟੇ ਭਰਾ ਨੂੰ ਉਹਨਾਂ ਲੱਭ ਲਿਆ। ਅਤੇ ਉਹਨਾਂ ਨੇ ਦੱਸਿਆ ਵੀ ਭਾਊ ਜੀ ਤਾਂ ਪਹਿਲਾਂ ਹੀ ਅੰਮ੍ਰਿਤਸਰ ਨੇ। ਫਿਰ ਉਹਨਾਂ ਨੇ ਮੇਰੇ ਨਾਲ ਸੰਪਰਕ ਕਰਕੇ ਅਤੇ ਮੈਨੂੰ ਉਹਨਾਂ ਨੇ ਇੱਥੋਂ ਸ਼ਾਮਲ ਕੀਤਾ। ਅਤੇ ਸਾਨੂੰ ਉਹਨਾਂ ਨੇ 6 ਦਿਨ ਆਪਣੇ ਕੰਟਰੋਲ 'ਚ ਘੁਮਾਇਆ। ਹੌਲੀਡੇ ਇਨ ਦੇ ਵਿੱਚ ਸਾਡੀ ਰਿਹਾਇਸ਼ ਕੀਤੀ। 2 ਬੱਸਾਂ ਦੇ ਵਿੱਚ, 2 ਜੀਪ ਅੱਗੇ ਪੁਲਿਸ ਦੀਆਂ, ਇੱਕ ਪਿੱਛੇ ਪੁਲਿਸ ਦੀ। ਅਤੇ ਸਾਨੂੰ ਫਿਰ ਉਹਨਾਂ ਨੇ ਅੰਮ੍ਰਿਤਸਰ ਤੋਂ ਪਹਿਲਾਂ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਗੁਰਦੁਆਰੇ, ਕਿਲ੍ਹਾ ਆਪਣਾ ਅਟਾਰੀ ਬਾਰਡਰ, ਖਡੂਰ ਸਾਹਿਬ, ਤਰਨ ਤਾਰਨ ਵਗੈਰਾ ਸਾਨੂੰ ਉਹਨਾਂ ਨੇ ਇੱਥੇ ਘੁਮਾਇਆ। ਫਿਰ ਡੇਰਾ ਬਾਬਾ ਨਾਨਕ, ਕਰਤਾਰਪੁਰ ਸਾਹਿਬ, ਅਤੇ ਆਪਣਾ ਇੱਥੇ ਗੁਰੂ ਨਾਨਕ ਯੂਨੀਵਰਸਿਟੀ ਦੇ ਕੰਪਾਊਂਡ ਵਿੱਚ ਹਰਦੀਪ ਸਿੰਘ ਪੁਰੀ ਵੱਲੋਂ ਲੰਚ ਸੀਗਾ 10 ਤਰੀਕ ਨੂੰ। 11 ਨੂੰ ਫਿਰ ਸ਼ਾਮ ਰਾਤ ਦਾ ਡਿਨਰ ਸੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਲੰਧਰ ਤਾਜ ਹੋਟਲ 'ਚ। ਉੱਥੋਂ ਫਿਰ 12 ਨੂੰ ਸਾਨੂੰ ਲੈ ਗਏ ਆਪਣਾ ਸੁਲਤਾਨਪੁਰ ਲੋਧੀ,
ਤੇ ਸਾਨੂੰ ਫਿਰ ਉਹ ਸਰਕਾਰ ਦੇ ਅਸੀਂ ਪ੍ਰਾਹੁਣੇ ਸੀ ਤੇ ਸਰਕਾਰੀ ਪੰਡਾਲ ਵਿੱਚ ਹੀ ਸਾਨੂੰ ਖੜਿਆ ਤੇ ਕਹਿੰਦੇ ਸੀ ਵੀ ਮੱਥਾ ਵੀ ਟਿਕਾਵਾਂਗੇ। ਨਹੀਂ, ਕਹਿੰਦੇ ਜੀ ਹੁਣ ਲੇਟ ਹੋ ਗਏ, ਸਾਨੂੰ ਟੈਲੀਫੋਨ ਆਇਆ ਤੁਹਾਨੂੰ ਘਰੋਂ ਘਰੀ ਪਹੁੰਚਾਉਣਾ ਦਿਨੇ। ਫਿਰ ਸਾਨੂੰ ਆਪਣਿਆਂ ਨੂੰ ਜਿੱਥੇ ਜਿੱਥੇ ਦਾ ਕੋਈ ਹੈਗਾ ਸੀ ਉੱਥੇ ਉਹਨਾਂ ਨੇ ਸਾਨੂੰ ਪਹੁੰਚਾ ਕੇ ਤੇ ਕਹਿਤਾ ਵੀ ਹੁਣ ਤੁਸੀਂ ਆਜ਼ਾਦ ਹੋ। ਅਸੀਂ ਮਿੱਠੀ ਕੈਦ ਵਿੱਚ ਰਹੇ 6 ਦਿਨ। ਸੋ ਬਿਲਕੁਲ ਇਹ ਵੀ ਇੱਕ ਜ਼ਿੰਦਗੀ ਦਾ ਬੜਾ ਅਹਿਮ ਮੌਕਾ ਜਿਹੜਾ ਵਾ ਤੁਹਾਡੇ ਵਾਸਤੇ ਬਣਿਆ। ਸੋ ਜਿਹੜੀ ਗੱਲ ਮੈਂ ਪਹਿਲਾਂ ਪੁੱਛਣ ਲੱਗਾ ਸੀਗਾ ਤੇ ਆਸਟ੍ਰੇਲੀਆ ਤੋਂ ਤੁਸੀਂ ਆਏ ਹੋ, ਆਸਟ੍ਰੇਲੀਆ ਦੇ ਵਿੱਚ ਰਹਿੰਦਿਆਂ ਨੂੰ ਕਿੰਨਾ ਸਮਾਂ ਹੋ ਗਿਆ ਤੇ ਉੱਥੇ ਹੀ ਸਾਰਾ ਪਰਿਵਾਰ ਹੈ ਹੁਣ? ਹਾਂਜੀ, ਮੈਨੂੰ 41ਵਾਂ ਸਾਲ ਸ਼ੁਰੂ ਹੋ ਗਿਆ, 40 ਸਾਲ ਕੰਪਲੀਟ ਹੋ ਗਏ। ਮੈਂ 25 ਅਕਤੂਬਰ 1979 ਨੂੰ, ਪਹਿਲਾਂ ਤਾਂ 6 ਸਾਲ ਮੈਂ ਘੁੰਮਦਾ ਰਿਹਾ ਨਾ, ਯੂਰਪ, ਅਮਰੀਕਾ, ਕੈਨੇਡਾ, ਏਸ਼ੀਆ, ਅਫਰੀਕਾ ਆਦਿ ਮੁਲਕਾਂ ਦੇ ਵਿੱਚ ਘੁੰਮਣ ਦਾ ਮੈਨੂੰ ਸ਼ੌਕ ਸੀ। ਇੱਕ 40 ਸਾਲ ਬਾਅਦ ਮੈਂ ਉਹ ਬੇੜੀਆਂ ਵਾਲਾ ਸ਼ਹਿਰ ਵੇਖਿਆ ਜਾ ਕੇ, ਵੀਨਸ ਜਿਹਨੂੰ ਕਹਿੰਦੇ ਆਪਾਂ ਅੰਗਰੇਜ਼ੀ 'ਚ, ਪਰ ਉੱਥੇ ਮੈਂ ਵੀਨਸ ਪੁੱਛੀ ਜਾਵਾਂ ਯੂਰਪ ਦੇ ਮੁਲਕਾਂ 'ਚ ਮੈਨੂੰ ਕੋਈ ਦੱਸੇ ਨਾ। ਫਿਰ ਮੈਨੂੰ ਇੰਡੀਅਨ ਮੁੰਡੇ ਮਿਲੇ ਟੂਰਿਸਟ, ਫਿਰ ਉਹ ਕਹਿੰਦੇ ਜੀ ਇੱਥੇ ਉਹਨੂੰ ਵੈਨੀਸ਼ੀਆ ਕਹਿੰਦੇ ਆ, VENETIA, ਵੈਨੀਸ਼ੀਆ। ਅਤੇ ਮੈਨੂੰ ਸ਼ੱਕ ਸੀ ਵੀ ਪਤਾ ਨਹੀਂ ਉਹ ਇਟਲੀ ਵਿੱਚ ਆ ਕਿ ਸਵਿਟਜ਼ਰਲੈਂਡ 'ਚ ਆ। ਅਤੇ ਉਹ ਮੁੰਡੇ ਕਹਿੰਦੇ ਜੀ ਉਹ ਇਟਲੀ 'ਚ ਹੀ ਆ, ਸਮੁੰਦਰ ਦੇ ਕਿਨਾਰੇ 'ਤੇ ਉਹ ਬੇੜੀਆਂ 'ਚ ਹੀ ਤੁਹਾਡਾ ਬਾਜ਼ਾਰ ਅਤੇ ਗਲੀਆਂ ਬੇੜੀਆਂ 'ਚ ਹੀ ਨਿਕਲਦੇ ਆ, ਬੇੜੀਆਂ 'ਚ ਹੀ ਘਰਾਂ 'ਚ ਪਹੁੰਚਦੇ ਆ। ਅਤੇ 40 ਸਾਲ ਬਾਅਦ ਮੇਰੀ ਉਹ ਇੱਛਾ ਪੂਰੀ ਹੋਈ। ਅਤੇ ਫਿਰ ਇਹ ਮੈਂ ਚੌਥੀ ਵਾਰੀ ਇੰਡੀਆ 'ਚੋਂ ਨਿਕਲਿਆ ਸੀ ਅਤੇ ਭਈ ਇਸ ਤਰ੍ਹਾਂ ਇੱਥੋਂ ਥਾਈਲੈਂਡ, ਮਲੇਸ਼ੀਆ, ਸਿੰਗਾਪੁਰ, ਇੰਡੋਨੇਸ਼ੀਆ, ਨਿਊ ਕੈਲੀਡੋਨੀਆ, ਆਸਟ੍ਰੇਲੀਆ, ਨਿਊਜ਼ੀਲੈਂਡ, ਫਿਜੀ, ਅਮਰੀਕਾ, ਕੈਨੇਡਾ, ਇੰਗਲੈਂਡ, ਇਸ ਤਰ੍ਹਾਂ ਘੁੰਮ ਕੇ ਵਾਪਸ ਆਉਣਾ ਸੀ। ਪਰ ਆਸਟ੍ਰੇਲੀਆ ਵਿੱਚ ਪਹੁੰਚਣ ਦੇ ਇਹੋ ਜਿਹੇ ਹਾਲਾਤ ਬਣ ਗਏ ਅਤੇ ਉੱਥੇ ਦੇ ਸਿੱਖਾਂ ਨੂੰ ਲੋੜ ਸੀ ਵੀ ਜਿਹੜਾ ਕੋਈ ਬਿਨਾਂ ਤਨਖਾਹ ਤੋਂ, ਬਿਨਾਂ ਕਿਸੇ ਵਿਜ਼ਾਨੇ ਤੋਂ ਉਹਨਾਂ ਨੂੰ ਗ੍ਰੰਥੀ ਦੀ, ਪ੍ਰਚਾਰਕ ਦੀ ਸੇਵਾ, ਪੰਜਾਬੀ ਟੀਚਰ ਦੀ ਸੇਵਾ ਦੇ ਸਕੇ। ਅਤੇ ਫਿਰ ਉੱਥੇ ਰਹਿਣਾ ਅਣਜਲ ਹੋ ਗਿਆ। ਫਿਰ ਬੱਚਿਆਂ ਨੂੰ ਤੁਸੀਂ ਸਾਰੀ ਦੁਨੀਆ ਘੁੰਮੀ ਆ? ਹਾਂਜੀ, ਸਾਰੀ ਦੁਨੀਆ ਦੇ ਉਹ ਤਾਂ ਨਹੀਂ ਕਹਿ ਸਕਦੇ। ਬਾਬੇ ਡਿੱਠੀ ਪ੍ਰਿਥਵੀ ਜਬ ਨਵੇਂ ਖੰਡ ਜਿੱਥੋਂ ਤੱਕ ਆਈ, ਭਾਈ ਗੁਰਦਾਸ ਜੀ ਕਹਿਣ ਵਾਲੇ ਨੇ, ਗੁਰੂ ਨਾਨਕ ਸਾਹਿਬ ਜੀ ਘੁੰਮਣ ਵਾਲੇ ਨੇ। ਉਹ ਤਾਂ ਗੁਰੂ ਨਿਰੰਕਾਰ ਦੀ ਜੋਤ ਸਨ, ਜਿਹਦੇ ਹਰਨ ਭਰਨ ਜਾਂ ਕਾ ਨੇਤਰ ਫੋਰ। ਪਰ ਜਿੱਥੋਂ ਤੱਕ ਵਾਹ ਚੱਲੀ ਆ ਅਤੇ ਮੈਂ ਵੀ ਫਰਕ ਨਹੀਂ ਰੱਖਿਆ। ਫਿਰ ਇੰਨੀਆਂ ਜਗ੍ਹਾ ਦੇ ਉੱਤੇ ਜਾਣ ਤੋਂ ਬਾਅਦ ਦੇ ਵਿੱਚ ਆਸਟ੍ਰੇਲੀਆ ਨੂੰ ਹੀ ਕਿਉਂ ਚੁਣਿਆ? ਉਹ ਸਭ ਤੋਂ ਵੱਡੀ ਗੱਲ ਤਾਂ ਅਣਜਲਦੀ ਲੈ ਲਓ। ਬੜਾ ਹੀ ਯਤਨ ਕੀਤਾ ਮੈਂ, ਇੱਕ ਵਾਰੀ ਅੱਕ ਕੇ ਆਸਟ੍ਰੇਲੀਆ ਛੱਡ ਵੀ ਗਿਆ, ਬਿਨਾਂ ਵੀਜ਼ੇ ਤੋਂ ਨਿਊਜ਼ੀਲੈਂਡ ਪਹੁੰਚ ਗਿਆ। ਉਹ ਨਾ, ਮੈਂ ਤੁਹਾਨੂੰ ਹਾਸੇ ਦੀ ਗੱਲ ਆ ਵੀ ਜਦੋਂ ਮੇਰਾ ਮੂੰਹ ਅਤੇ ਦਾੜੀ ਇੱਕੋ ਰੰਗ ਦੇ ਹੁੰਦੇ ਸੀ ਨਾ, ਤੁਹਾਡੇ ਵਰਗੇ, ਤਾਂ ਖੈਰ ਤੁਹਾਡਾ ਮੂੰਹ ਨਹੀਂ ਦਾੜੀ ਦੇ ਰੰਗ ਵਰਗਾ, ਦਾੜੀ ਦਾ ਰੰਗ ਮੇਰਾ ਦਾੜੀ ਵਰਗਾ ਹੁੰਦਾ ਸੀ ਅਤੇ ਮੂੰਹ ਦਾ ਰੰਗ ਅਤੇ ਦਾੜੀ ਦਾ ਇੱਕੋ ਸੀ। ਉਦੋਂ ਮੈਂ ਦਲੇਰ ਹੁੰਦਾ ਸੀ। ਅਤੇ ਉਹ ਮੈਂ ਅੱਕ ਕੇ ਆਸਟ੍ਰੇਲੀਆ 'ਚੋਂ ਨਿਕਲਣ ਲੱਗਿਆ ਅਤੇ ਮੈਂ ਵੀਜ਼ਾ ਲੈਣ ਗਿਆ ਨਿਊਜ਼ੀਲੈਂਡ ਦਾ। ਉਹ ਅੱਗੇ ਲੇਡੀ ਸੀ, ਉਹਨੇ ਮੈਨੂੰ ਵੀਜ਼ੇ ਤੋਂ ਨਾਂਹ ਕਰਤੀ ਅਤੇ ਮੈਂ ਫਿਰ ਆਪਣੀ ਉਹਨੂੰ ਬਹਾਦਰੀ ਕਹਿ ਲਓ, ਬੇਵਕੂਫੀ ਕਹਿ ਲਓ, ਬਾਹਰ ਹੀ ਖਲੋਤਿਆਂ ਮੈਂ, ਉਹ ਅੰਦਰ ਸੀ ਕਾਊਂਟਰ ਦੇ, ਮੈਂ ਕਿਹਾ ਟੁਮਾਰੋ ਆਈ ਐਮ ਗੋਇੰਗ ਟੂ ਆਕਲੈਂਡ, ਸਟੇ ਦੇਅਰ 1 ਵੀਕ ਐਂਡ ਸੀ ਹੂ ਇਜ਼ ਗੋਇੰਗ ਟੂ ਸਟੋਪ ਮੀ। ਵੀਜ਼ਾ ਦੇਣ ਵਾਲੀ ਲੇਡੀ ਚਿਹਰਾ ਰਹਿੰਦੇ। ਚਲੋ ਉਹ ਵੀ ਮੈਨੂੰ ਟੈਕਨੀਕਲੀ ਗੱਲ ਪਤਾ ਸੀ, ਮੈਂ ਬਿਨਾਂ ਵੀਜ਼ੇ ਤੋਂ ਚਲਾ ਗਿਆ ਉੱਥੇ, ਕਿਉਂਕਿ 48 ਘੰਟੇ ਬਿਨਾਂ ਵੀਜ਼ੇ ਤੋਂ ਬੰਦਾ ਰਹਿ ਸਕਦਾ ਸੀ। ਫਿਰ ਮੈਂ 30 ਮਈ 80 ਦਾ ਗਿਆ ਆ, ਫਿਰ ਉੱਥੋਂ 8 ਜੂਨ ਫਿਰ ਮੈਂ ਗਾਂ ਫਿਜੀ ਨੂੰ ਤੁਰਿਆ। ਅਤੇ ਉਹ ਫਿਰ ਫਿਜੀ ਤੋਂ ਫਿਰ ਟੈਲੀਗ੍ਰਾਮ ਚਲੀ ਗਈ ਇਮੀਗ੍ਰੇਸ਼ਨ ਮਿਨਿਸਟਰ ਦੀ, ਵੀ ਰੈਜ਼ੀਡੈਂਟ ਸਟੇਟਸ ਹੈਜ਼ ਬਿਨ ਗ੍ਰਾਂਟਡ ਔਨ ਪ੍ਰੋਵਾਈਡਿੰਗ ਮੈਡੀਕਲ ਐਂਡ ਪੁਲਿਸ ਵੈਰੀਫਿਕੇਸ਼ਨ। ਉਹ ਫਿਰ ਵਾਪਸ ਆਏ, ਫਿਰ ਕਾਗਜ਼ ਪੱਤਰ ਚੱਲਦੇ ਰਹੇ। ਫਿਰ ਮੈਂ ਅੱਕ ਗਿਆ, ਮੈਂ ਕਿਹਾ ਵੀ ਮੈਨੂੰ ਤੁਸੀਂ ਦੇ ਦਿਓ, ਮੇਰਾ ਪਾਸਪੋਰਟ ਦੇ ਦਿਓ, ਮੈਨੂੰ ਨਹੀਂ ਤੁਹਾਡੀ ਇਮੀਗ੍ਰੇਸ਼ਨ ਚਾਹੀਦੀ। ਉਹ ਵੱਡਾ ਅਫਸਰ ਕਹਿੰਦਾ ਤੈਨੂੰ ਅਸੀਂ, ਮੇਰੀ ਦਾਦੀ ਬਿਮਾਰ ਹੈ, ਮੈਂ ਕਹਿੰਦਾ ਤੂੰ ਦਾਦੀ ਨੂੰ ਜਾਣਾ, ਤੈਨੂੰ 3 ਮਹੀਨਿਆਂ ਦੀ ਦੇ ਦਿਆਂਗੇ ਰੀਐਂਟਰੀ, ਫਿਰ ਆ ਜੀ ਕੇਸ ਚੱਲਦਾ। ਮੈਂ ਕਿਹਾ ਮੈਨੂੰ ਤੁਹਾਡੀ ਇਮੀਗ੍ਰੇਸ਼ਨ ਚਾਹੀਦੀ, ਮੇਰਾ ਪਾਸਪੋਰਟ ਵਾਪਸ ਦਿਓ। ਉਹ ਦਸੰਬਰ ਦਾ ਮਹੀਨਾ ਸੀ, 19 ਦਸੰਬਰ, ਇਹ ਫੈਸਟਿਵ ਮੂਡ ਦੇ ਵਿੱਚ ਹੁੰਦੇ ਆ ਗੋਰੇ। ਉਹਦੇ ਮਨ ਆਈ ਅੰਦਰੋਂ ਜਾ ਕੇ ਮੋਹਰ ਲਾ ਕੇ ਮੈਨੂੰ ਉਹਨੇ ਪਾਸਪੋਰਟ ਫੜਾ ਤਾ। ਫਿਰ ਬੱਚੇ ਕਾਹਲੇ ਸੀ ਆਉਣ ਲਈ। ਫਿਰ ਉਹ ਇਹ ਆ ਵੀ ਬੱਚਿਆਂ ਨੂੰ ਹੁਣ ਘਰ ਚਾਹੀਦਾ ਸੀ, ਬੈਂਕ ਤੋਂ ਕਰਜ਼ਾ ਲੈ ਕੇ ਘਰ ਲੈ ਲਿਆ। ਫਿਰ ਬੈਂਕ ਦੀਆਂ ਕਿਸ਼ਤਾਂ ਲਾਉਣੀਆਂ ਸੀ, ਉਹਦੇ ਲਈ ਬੈਂਕ 'ਚ ਨੌਕਰੀ ਕਰ ਲਈ। ਬੱਚੇ ਸਕੂਲੇ ਪੜ੍ਹਨ ਲੱਗ ਪਏ ਅਤੇ ਘਰਵਾਲੀ ਨੂੰ ਵੀ ਜੋਬ ਮਿਲ ਗਈ ਅਤੇ ਫਿਰ ਉੱਥੇ ਹੀ ਰਹਿ ਗਏ, ਜਿੱਥੇ ਅਣਜਲ, ਜਿੱਥੇ ਤੁਹਾਡੀ ਉਪਜੀਵਕਾ ਆ, ਜਿੱਥੇ ਬੱਚੇ ਆ। ਅਤੇ ਉਂਝ ਤਾਂ ਮੈਂ ਘੁੰਮਦਾ ਰਹਿਣਾ ਉਹਨਾਂ ਨੂੰ ਛੱਡ ਕੇ, ਹਰ ਸਾਲ ਇੰਡੀਆ ਆ ਜਾਂਦਾ, ਕਦੀ ਇੰਗਲੈਂਡ ਦੀਆਂ ਸੰਗਤਾਂ ਸੱਦ ਲੈਂਦੀਆਂ, ਕਦੀ ਅਮਰੀਕਾ ਦੀਆਂ, ਕਦੀ ਕਿਤੇ। ਜੇ ਨਾ ਵੀ ਸੱਦਣ ਆਪਾਂ ਫੇਰ ਵੀ ਚਲੇ ਜਾਈਦਾ।
ਤੇ ਉਹ ਕਹਿੰਦੇ ਵੀ ਜੇ ਤੁਸੀਂ ਫਰਮਾਓਗੇ ਨਹੀਂ ਤੇ ਅਸੀਂ ਖੁਦ ਫਰਮ ਲਾਂਗੇ। ਬਿਲਕੁਲ ਜੀ। ਤੇ ਗੱਲ ਕਰੀਏ, ਤੁਸੀਂ ਕਿਤਾਬਾਂ ਵੀ ਲਿਖੀਆਂ ਨੇ ਬਹੁਤ ਸਾਰੀਆਂ, 10 ਕਿਤਾਬਾਂ ਤੁਸੀਂ ਲਿਖੀਆਂ ਨੇ। ਆ ਵੀ ਕੁਝ ਕਿਤਾਬਾਂ ਜਿਹੜੀਆਂ ਹੱਥ ਦੇ ਵਿੱਚ ਨੇ, ਇਹਨਾਂ ਦੇ ਵੱਖ-ਵੱਖ ਨਾਮ ਸਾਦੇ ਸਿੱਧਰੇ ਲੇਖ। ਇਸ ਤੋਂ ਪਹਿਲੀ ਕਿਤਾਬ ਸੀ ਸਿੱਧਰੇ ਲੇਖ। ਅੱਛਾ, ਸਭ ਤੋਂ ਪਹਿਲਾਂ ਮੇਰੀ ਕਿਤਾਬ ਛਪੀ ਹੈ। ਮੈਂ ਇੱਥੇ ਇੰਡੀਆ ਤੋਂ ਬਾਹਰ ਜਾਣ ਤੋਂ ਪਹਿਲਾਂ ਮੇਰੇ ਲੇਖ ਛਪਦੇ ਹੁੰਦੇ ਸੀ ਮੈਗਜ਼ੀਨਾਂ 'ਚ ਅਤੇ ਅਖਬਾਰਾਂ ਵਿੱਚ, ਕੌਮੀ ਦਰਦ, ਅਕਾਲੀ ਪੱਤਰਕਾ, ਅਜੀਤ ਅਤੇ ਮੈਗਜ਼ੀਨਾਂ ਵਿੱਚ ਵੀ। ਪਰ ਫਿਰ ਬਾਹਰ ਜਾ ਕੇ ਫਿਰ ਮੈਂ ਲਿਖ ਨਹੀਂ ਸਕਿਆ। ਫਿਰ 1985 ਦੀ ਅਪ੍ਰੈਲ ਮਹੀਨੇ 'ਚ ਮੈਂ ਵੀਕਲੀ ਪੰਜਾਬੀ ਅਖਬਾਰ ਸ਼ੁਰੂ ਕੀਤੀ ਆਸਟ੍ਰੇਲੀਆ, ਸਿਡਨੀ ਤੋਂ। ਉਹ ਸਦਰਨ ਹੈਮਸਫੀਅਰ ਦੇ ਸੋ ਫਾਰ ਪਹਿਲਾ ਹੀ ਪਰਚਾ ਆਇਆ ਜਿਹੜਾ ਮੈਂ 1.5 ਸਾਲ ਵੀਕਲੀ ਚਲਾਇਆ, ਫਿਰ ਮੰਥਲੀ ਚਲਾਇਆ। ਹੁਣ ਪੌਣੀ ਕੁ ਦਰਜਨ ਪਰਚੇ ਚੱਲਦੇ ਆ, ਪਰ ਸਭ ਮੰਥਲੀ ਚੱਲਦੇ ਆ। ਅਤੇ ਉਹਦੇ 'ਤੇ ਫਿਰ ਲਿਖਦੇ ਰਹੇ। ਫਿਰ ਲਿਖਣ ਦਾ ਸ਼ੌਂਕ ਕਿਵੇਂ ਪੈ ਗਿਆ ਫਿਰ? ਮੈਨੂੰ ਸ਼ੁਰੂ ਤੋਂ ਮੈਂ ਗਿਆਨੀ ਕਰਨ ਵੇਲੇ ਮੇਰੇ ਨਾ ਪ੍ਰੋਫੈਸਰਾਂ ਨੇ, ਟੀਚਰਾਂ ਨੇ ਮੇਰੀ ਲਿਖਤ ਨੂੰ ਹੌਸਲਾ ਅਫਜ਼ਾਈ ਕੀਤੀ, ਅਤੇ ਉਹ ਫਿਰ ਮੈਨੂੰ ਸ਼ੌਕ ਪੈ ਗਿਆ। ਇੱਥੇ ਫਿਰ ਕਰੰਟ ਧਾਰਮਿਕ, ਇਤਿਹਾਸਕ ਅਤੇ ਸਿਆਸੀ ਮਸਲਿਆਂ ਦੇ ਉੱਪਰ ਮੈਂ ਲਿਖਦਾ ਹੁੰਦਾ ਸੀ। ਅਤੇ ਇਹ ਫਿਰ ਮੇਰੇ ਭਾਣਜੀ ਭਣੇਵੀਂ ਮੇਰੀ, ਅਸੀਂ ਮਝੈਲ ਭਣੇਵੀਂ ਕਹਿੰਦੇ ਨੇ, ਮਲਵਈ ਭਾਣਜੀ ਕਹਿੰਦੇ ਆ। ਅਤੇ ਉਹ ਫਿਰ ਉਹਨੇ ਪੰਜਾਬੀ ਦੀ MA ਜਦੋਂ ਕੀਤੀ, ਵੀ ਉਹਨੇ ਮੈਨੂੰ ਫਿਰ ਪ੍ਰੇਰਿਤ ਕੀਤਾ ਵੀ ਮਾਸੜ ਜੀ ਤੁਸੀਂ ਸਾਨੂੰ ਪੰਜਾਬੀ ਦੀ MA ਕਰਨ ਨਾਲ ਤੁਹਾਡੀ ਗੱਲ ਦੀ ਸਮਝ ਆਉਣ ਲੱਗੀ ਆ, ਅਤੇ ਤੁਸੀਂ ਲਿਖੋ। ਉਹ ਫਿਰ ਹਰ ਵਾਰੀ ਕਿਹਾ। ਮੈਂ ਫਿਰ ਪਹਿਲੀ ਕਿਤਾਬ ਮੇਰੀ ਧਾਰਮਿਕ ਲੇਖਾਂ ਦੀ ਸੱਚੇ ਦਾ ਸੱਚਾ ਢੋਆ ਨਵੰਬਰ 2006 'ਚ ਛਪੀ। ਉਸ ਤੋਂ 7 ਦੇ ਵਿੱਚ ਫਿਰ ਉਜਲ ਕਹਿਹਾਂ ਚਿਲਕਣਾ, 8 ਦੇ ਵਿੱਚ ਫਿਰ ਯਾਦਾਂ ਭਰੀ ਚੰਗੇਰ, ਫਿਰ ਬਾਤਾਂ ਬੀਤੇ ਦੀਆਂ। ਉਹ ਬਾਤਾਂ ਬੀਤੇ ਦੀਆਂ 450 ਪੇਜ ਦੀ ਮੇਰੀ ਕਿਤਾਬ ਆ। ਉਹ 'ਚ ਫੋਟੋਆਂ ਵੀ ਹੈਗੀਆਂ, ਮੇਰੇ ਦਾੜੀ ਆਉਣ ਤੋਂ ਪਹਿਲਾਂ ਦੀ ਫੋਟੋ ਵੀ ਹੈ। ਅਤੇ ਉਹ 1947 ਤੋਂ ਲੈ ਕੇ ਕਿਤਾਬ ਛਪਣ ਤੱਕ ਪੰਜਾਬ ਦਾ, ਸਿੱਖਾਂ ਦਾ, ਪੰਥ ਦਾ ਅੱਖੀਂ ਵੇਖਿਆ ਇਤਿਹਾਸ ਆ। ਅਤੇ ਉਹ ਤਾਂ ਇੱਕ ਕਿਸਮ ਦੀ ਰੈਫਰੈਂਸ ਬੁੱਕ ਆ। ਉਸ ਤੋਂ ਬਾਅਦ ਫਿਰ ਮੈਂ ਜੋ ਵੇਖਿਆ ਸੋ ਆਖਿਆ 2 ਐਡੀਸ਼ਨਾਂ 'ਚ ਛਪਿਆ ਮੈਂ ਘੱਟ ਤੋਂ ਘੱਟ 1000 ਕਾਪੀ ਦੀ ਐਡੀਸ਼ਨ ਛਾਪਦਾ। ਅਤੇ ਜੋ ਵੇਖਿਆ ਸੋ ਆਖਿਆ ਤੋਂ ਬਾਅਦ ਫਿਰ ਸਾਦੇ ਲੇਖ, ਨਾ ਸਿੱਧਰੇ ਲੇਖ, ਫਿਰ ਸਾਦੇ ਸਿੱਧਰੇ ਲੇਖ, ਫਿਰ ਜਿੰਨੇ ਮੂੰਹ ਉਨੀਆਂ ਗੱਲਾਂ, ਅਤੇ ਫਿਰ ਤੁਹਾਡਾ ਸਾਹਿਬ ਭਲਾ ਕਰੇ ਜਿੰਨੇ ਮੂੰਹ ਉਨੀਆਂ। ਹਾਂ, ਹੁਣ ਮੇਰੀ ਐਰਕਾਂ ਛਪਾਈ ਆ ਮੈਂ, ਕੁਝ ਇੱਧਰੋਂ ਕੁਝ ਉੱਧਰੋਂ। ਹਾਂ, ਇਹ ਹਾਂਜੀ। ਅਤੇ ਰੱਬ ਕਰੇ ਵੀ ਇਹ ਲਾਸਟ ਨਾ ਹੋਵੇ, ਪਰ ਲੇਟੈਸਟ ਆ। ਅਤੇ ਰੱਬ ਕਰੇ ਕਿ ਤੁਹਾਡੀ ਉਮਰ ਜਿਹੜੀ ਆ ਹੋਰ ਲੰਮੀ ਹੋਵੇ, ਅਤੇ ਇਸੇ ਤਰ੍ਹਾਂ ਹੀ ਲਗਾਤਾਰ ਤੁਸੀਂ ਕਿਤਾਬਾਂ ਜਿਹੜੀਆਂ। ਖਪਤ ਜਿਹਾ ਹੋਇਆ ਵੀ ਕਈ ਸਾਲ ਪਹਿਲਾਂ ਨਾ ਮੇਰੇ ਭਰਾ ਨੇ ਵੀ ਇਹ ਕਿਹਾ, ਛੋਟੇ ਨੇ, ਵੀ ਭਾਊ ਵੀ ਜੋ ਕੁਝ ਤੇਰੇ ਕੋਲ ਲੈ ਕੇ ਹੀ ਮਰ ਜਾਣਾ, ਵੀ ਖਿਲਾਰ ਜਾ। ਅਤੇ ਪਰ ਉਹਦਾ ਤਾਂ ਅਸਰ ਨਹੀਂ ਹੋਇਆ ਮੇਰੇ 'ਤੇ, ਪਰ ਫਿਰ ਵੀ ਗੱਲ ਉਹਦੀ ਸਹੀ ਸੀ। ਸੋ ਮੇਰਾ ਇਹ ਆ ਵੀ ਜੋ ਕੁਝ ਅੱਖੀਂ ਵੇਖਿਆ, ਮੇਰੀ ਤੁਸੀਂ ਲਿਖਤ ਵਿੱਚ ਵੇਖੋਗੇ ਵੀ ਮੈਂ ਫਲਾਣੇ ਥਾਂ ਗਿਆ ਅਤੇ ਐਉਂ ਗੱਲ ਹੋਈ। ਅਤੇ ਕਈ ਵਾਰੀ ਹਾਸੇ ਨਾਲ ਜਦੋਂ ਕੋਈ ਮੈਨੂੰ ਪੁੱਛੇ ਨਾ ਵੀ ਤੁਸੀਂ ਕੀ ਕਾਹਦੇ ਬਾਰੇ, ਮੈਂ ਉਹ ਲਿਖਣਾ ਕੀ ਆ, ਮੈਂ ਉੱਥੇ ਗਿਆ, ਉਹਨੇ ਮਿਲਣ ਤੋਂ ਨਾਂਹ ਕਰਤੀ, ਉਹਨੇ ਚਾਹ ਦਾ ਕੱਪ ਪਿਆ ਤਾ, ਉਹਨੇ ਬੂਹਾ ਬੰਦ ਕਰ ਲਿਆ। ਤੁਹਾਡੇ ਕੋਲ ਪੁੱਛਣ ਵਾਲਾ ਸੀਗਾ ਕਿ ਜਿਹੜੀਆਂ ਤੁਸੀਂ ਇੰਨੀਆਂ ਕਿਤਾਬਾਂ ਲਿਖੀਆਂ, ਇਹਦੀ ਖਾਸੀਅਤ ਕੀ ਹੈ, ਕਿੱਥੋਂ ਗੱਲ ਸ਼ੁਰੂ ਕਰਦੇ ਹੋ, ਕਿਵੇਂ ਗੱਲ? ਕਿਉਂਕਿ ਹਰ ਇੱਕ ਲੇਖਕ ਦਾ ਸੋਚਣ ਦਾ, ਲਿਖਣ ਦਾ ਨਜ਼ਰੀਆ ਆਪੋ ਆਪਣਾ ਹੁੰਦਾ। ਉਹ ਜਿਵੇਂ ਹੁਣ ਤੁਸੀਂ ਇਹ ਵੇਖੋ, 2 ਲੀਡਰਾਂ ਬਾਰੇ ਆ ਲੇਖ ਇਹਦੇ 'ਚ। ਮੈਂ ਬੜੇ ਸਾਲਾਂ ਤੋਂ, ਕਿਉਂਕਿ ਮੈਂ ਇਹਨਾਂ ਦੀਆਂ ਸ਼ਖਸੀਅਤਾਂ ਤੋਂ ਪ੍ਰਭਾਵਿਤ ਹੋਇਆ ਸੀ। ਇਹਨਾਂ ਦਾ ਮੈਂ PA ਵੀ ਰਿਹਾ। ਦੇਸ਼ ਛੱਡ ਕੇ ਜਾਣ ਵੇਲੇ ਮੈਂ ਕੌਣ ਸਨ ਇਹ ਲੀਡਰ? ਸੰਤ ਚੰਨਣ ਸਿੰਘ ਜੀ ਬਹੁਤਾ ਸਮਾਂ, ਸੰਤ ਫਤਿਹ ਸਿੰਘ ਹੋਰਾਂ ਨਾਲ ਮੈਂ ਰਿਹਾ, ਅਤੇ ਸੰਤ ਚੰਨ ਸਿੰਘ ਹੋਰਾਂ ਨਾਲ ਬਹੁਤਾ ਸਮਾਂ ਰਿਹਾ। ਅਤੇ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਸੰਤ ਫਤਿਹ ਸਿੰਘ ਤੋਂ ਬਾਅਦ ਪ੍ਰਧਾਨ ਬਣੇ ਜਥੇਦਾਰ ਮੋਹਨ ਸਿੰਘ ਤੁੜ, ਉਹਨਾਂ ਨਾਲ ਵੀ ਰਿਹਾ। ਪਰ ਉਹਨਾਂ ਨਾਲ ਹੀ ਹੁੰਦਿਆਂ ਫਿਰ ਮੈਂ ਪ੍ਰਚਾਰਕ ਦੀ ਤਨਖਾਹ ਲੈਂਦਾ ਸੀ ਸ਼੍ਰੋਮਣੀ ਕਮੇਟੀ ਤੋਂ, ਕੰਮ PA ਦਾ ਕਰਦਾ ਸੀ। ਨਾਲ ਮੈਂ ਪੋਸਟ ਗ੍ਰੈਜੂਏਟ ਯੂਨੀਵਰਸਿਟੀ 'ਚ ਆਦਿ ਗ੍ਰੰਥ ਆਚਾਰੀਆ 'ਚ ਦਾਖਲਾ ਲਿਆ, ਪੜ੍ਹਦਾ ਸੀ। ਉਹ ਫਿਰ ਮੈਂ ਤਿੰਨੇ ਚੀਜ਼ਾਂ ਛੱਡ ਕੇ ਬਾਹਰ ਚਲਾ ਗਿਆ। ਤਾਂ ਇਹਨਾਂ 2 ਸ਼ਖਸੀਅਤਾਂ ਦਾ ਵੀ ਮੇਰੇ 'ਤੇ ਬੜਾ ਪ੍ਰਭਾਵ ਸੀ, ਅਤੇ ਮੈਂ ਕਈ ਸਾਲਾਂ ਤੋਂ ਲਿਖਣਾ ਚਾਹੁੰਦਾ ਸੀ। ਪਰ ਹੁਣ ਇਸ ਕਿਤਾਬ 'ਚ ਮੈਂ ਛਾਪ, ਅਤੇ ਸ਼ੁਰੂ ਹੀ ਇਹ ਹੁੰਦੀ ਆ ਵੀ ਜਿਵੇਂ ਇੱਥੇ ਹੁਣ ਚਲੋ ਫੋਲਣ ਦਿਆਂ ਤਾਂ ਚਿਰ ਲੱਗ ਜੂ, ਐਨਕ ਲਾਉਣੀ ਪਏਗੀ। ਭਈ ਇਹ 1955 ਦਾ ਫਰਵਰੀ ਜਾਂ ਮਾਰਚ ਦਾ ਮਹੀਨਾ ਆ। ਦਰਬਾਰ ਸਾਹਿਬ ਮੁਕਤਸਰ ਦੇ ਵਿੱਚੋਂ ਮੇਰੇ ਪਿਤਾ ਜੀ ਦੀ ਤਰਨਤਾਰਨ ਨੂੰ ਬਦਲੀ ਹੋਣ ਸਮੇਂ ਸਟਾਫ ਨੇ ਉਹਨਾਂ ਨੂੰ ਵਿਦਾਇਗੀ ਪਾਰਟੀ ਦਿੱਤੀ। ਉੱਥੇ ਇੱਕ ਬੁੱਕਲ ਮਾਰੀ ਹੋਈ, ਕੁਝ ਲੋਈ ਦੀ ਰੇ ਪਜਾਮਾ, ਨੀਲੀ ਪੱਗ ਬੰਨੀ ਹੋਈ, ਮੁੱਛਾਂ ਨੂੰ ਧਾ ਦਿੱਤਾ, ਦਾੜੀ ਸੋਹਣੀ ਪ੍ਰਭਾਵਸ਼ਾਲੀ ਇੱਕ ਵਿਅਕਤੀ ਹੋਇਆ
ਦਾਖਲ। ਮੈਨੇਜਰ ਸਾਹਿਬ ਨੇ ਜਾਣ ਪਛਾਣ ਕਰਾਈ ਜੀ, ਇਹ ਜਥੇਦਾਰ ਮੋਹਨ ਸਿੰਘ ਤੋੜ ਨੇ, ਤੇ ਉਹ ਮੇਰੇ ਖਿਆਲ ਨਵੇਂ ਉਦੋਂ 55 ਦੀ ਇਲੈਕਸ਼ਨ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ ਸੀ। ਯਾਨੀ ਐਂ ਗੱਲ ਮੇਰੀ ਸ਼ੁਰੂ ਹੁੰਦੀ। ਸੰਤ ਚਰਨ ਸਿੰਘ ਹੋਰਾਂ ਨਾਲ ਪਹਿਲੀ ਮੁਲਾਕਾਤ ਕਿੱਥੇ ਹੋਈ? ਜੀਨ ਦੇ ਵਿੱਚ ਮੈਂ ਰਾਗੀ ਸੀ, ਇਹ ਪ੍ਰਧਾਨ ਬਣ ਕੇ ਦੌਰੇ 'ਤੇ ਗਏ, ਉੱਥੇ ਇਹਨਾਂ ਨਾਲ ਮੁਲਾਕਾਤ ਹੋਈ। ਇਉਂ ਹੀ ਗੱਲ ਮੇਰੀ ਸ਼ੁਰੂ ਹੁੰਦੀ ਹੈ। ਫਿਰ ਜਿਵੇਂ ਅਪਣਾਤੀ ਅਤੇ ਮੇਰੇ ਪਾਠਕ ਇਹ ਕਹਿੰਦੇ ਆ ਮੂੰਹ 'ਤੇ ਮੇਰੇ 'ਤੇ ਵੀ ਅਸੀਂ ਪੜ੍ਹਦੇ ਹਾਂ ਨਾ, ਅਤੇ ਸਾਨੂੰ ਇਹ ਨਹੀਂ ਲੱਗਦਾ ਅਸੀਂ ਕਿਤਾਬ ਪੜ੍ਹ ਰਹੇ ਹਾਂ, ਸਾਨੂੰ ਇਹ ਲੱਗਦਾ ਵੀ ਤੁਸੀਂ ਆਪਣੀ ਗੱਲ ਸਾਨੂੰ ਆਪ ਸੁਣਾ ਰਹੇ ਹੋ। ਤੋ ਇਹ ਤਰ੍ਹਾਂ ਦਾ ਮੇਰਾ ਤਰੀਕਾ ਇੱਕ ਨਾ ਹੀ ਕੋਈ ਬਣਾਵਟ ਹੁੰਦੀ ਹੈ, ਨਾ ਹੀ ਕੋਈ ਸਾਹਿਤਕਾਰੀ ਹੈ, ਨਾ ਹੀ ਕੋਈ ਪੱਤਰਕਾਰੀ ਹੈ। ਬਸ ਗੱਲ 'ਚੋਂ ਗੱਲ ਨਿਕਲੀ ਜਾਈਦੀ। ਉਹ ਗੱਲ 'ਚੋਂ ਗੱਲ ਨਿਕਲਣ ਦੀ ਗੱਲ ਵੀ ਪੰਥ ਨੇ ਨਾ ਕੁਰਬਾਨੀ ਵਾਲੇ, ਇਹ ਮੇਰੇ ਪਾਠਕਾਂ ਦੇ ਮੇਰੀਆਂ ਲਿਖਤਾਂ ਬਾਰੇ ਵਿਚਾਰ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਨੇ ਐਡਿਟ ਕੀਤੇ ਆ, ਇਕੱਠੇ ਕੀਤੇ ਆ। ਇਹ 100 ਮੇਰੇ ਖਿਆਲ 60 ਪੇਜ ਦੀ ਕਿਤਾਬ ਆ, ਇਹ 208 ਪੇਜ ਦੀ। ਅਤੇ ਉਹ ਗੱਲ 'ਚੋਂ ਗੱਲ ਆਪਣਾ ਗਿੱਲ ਸਾਹਿਬ ਉਹ ਇਸ ਤਰ੍ਹਾਂ ਆ ਵੀ ਪੰਥ ਨੇ ਕੁਰਬਾਨੀ ਵਾਲੇ ਜਥੇਦਾਰ ਨੂੰ ਅਸੈਂਬਲੀ ਦੀ ਟਿਕਟ ਦੇ ਦਿੱਤੀ, ਮੇਰੇ ਵਰਗੇ ਦਲਿੱਦਰੀ ਪ੍ਰਚਾਰਕ ਦੀ ਨਾਲ ਡਿਊਟੀ ਲਾਤੀ ਵੀ ਉਹ ਅਨਪੜ੍ਹ ਸੀ ਵਿਚਾਰੇ, ਅਤੇ ਉਹ ਮੇਰੇ ਵਰਗੇ ਪ੍ਰਚਾਰਕ ਜਥੇਦਾਰ ਜੀ ਉਹ ਲੈਕਚਰ ਦਾ ਕੋਈ ਕੰਮ ਨਹੀਂ ਹੁੰਦਾ, ਇਹ ਤਾਂ ਬਸ ਫਤਿਹ ਬੁਲਾ ਕੇ ਸ਼ੁਰੂ ਕਰ ਦਈਦਾ, ਗੱਲ 'ਚੋਂ ਗੱਲ ਕੱਢੀ ਜਾਈਦੀ ਹੈ। ਜਦੋਂ ਗੱਲ 'ਚੋਂ ਗੱਲ ਨਿਕਲਣੀ ਬੰਦ ਹੋ ਜੇ ਅਤੇ ਫਤਿਹ ਬੁਲਾ ਕੇ ਬਹਿ ਜਾਈਦਾ। ਕਹਿੰਦਾ ਹਲਾ ਇੰਨਾ ਹੀ ਕੰਮ ਹੈ? ਇੰਨਾ ਹੀ ਕੰਮ ਹੈ ਜਥੇਦਾਰ ਜੀ, ਮੈਨੂੰ ਤੁਸੀਂ ਛੁੱਟੀ ਬਖਸ਼ੋ। ਉਹ ਅਗਲੇ ਜਲਸੇ ਜਾ ਕੇ ਕਹਿੰਦਾ ਜੀ ਬਾਗਰ ਜੀ ਦਾ ਖਾਲਸਾ, ਬਾਗਰ ਜੀ ਦੀ ਫਤਿਹ। ਖਾਲਸਾ ਜੀ, ਨਾ ਹੀ ਕੋਈ ਮੈਂ ਪ੍ਰਚਾਰ ਹਾਂ, ਨਾ ਹੀ ਕੋਈ ਮੈਂ ਲੈਕਚਰ ਹਾਂ। ਲੈਕਚਰਾਂ 'ਚੋਂ ਲੈਕਚਰ ਹੀ ਸੁਭਾਸ਼ ਚੰਦਰ ਬੋਸ ਜਦੋਂ ਬੋਲਦਾ ਮੂੰਹ 'ਚੋਂ ਫੁੱਲ ਕਿਰਦੇ ਸੀ, ਫੁੱਲਾਂ 'ਚੋਂ ਫੁੱਲ ਗੁਲਾਬ ਦਾ। ਗੁਲਾਬ ਦੀ ਲੋਕ ਗੁਲਕੰਦ ਬਣਾਉਂਦੇ ਆ, ਗੁਲਕੰਦ ਕਬਜ਼ ਕੁਸ਼ਾ ਹੁੰਦੀ ਆ, ਕਬਜ਼ ਸਭ ਬਿਮਾਰੀਆਂ ਦੀ ਜੜ੍ਹ ਹੁੰਦੀ ਆ। ਜੜ੍ਹਾਂ 'ਚੋਂ ਜੜ੍ਹ ਵਧੀਆ ਖਰਬੂਜੇ ਦੀ, ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ। ਰੰਗਾਂ 'ਚੋਂ ਰੰਗ ਪੱਕਾ ਜਰਮਨੀ ਦਾ, ਜਰਮਨੀ ਨੇ 2 ਵਾਰਾਂ ਲੜੀਆਂ ਖਾਲਸਾ ਜੀ, ਅਤੇ ਦਾਸ ਦਾ ਨਾਮ ਵੀ ਬੁੱਧ ਸਿੰਘ ਆ, ਅਤੇ ਤੁਸੀਂ ਦਾਸ ਨੂੰ ਸਿੰਡੀਕੇਟ ਖੜ੍ਹਾ ਕੀਤਾ ਅਤੇ ਤੁਸੀਂ ਵੋਟਾਂ ਪਾ ਕੇ ਕਾਮਯਾਬ ਬਣਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿੱਚੋਂ ਕਿਨੇ ਜਕਾਰਾ ਛੱਡਤਾ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸੋ ਮੇਰੀ ਉਹ ਗੱਲ 'ਚੋਂ ਗੱਲ ਨਿਕਲਦੀ ਹੈ। ਅੱਛਾ ਜੀ, ਸੋ ਬਿਲਕੁਲ ਬੜੀਆਂ ਰੌਚਕ ਗੱਲਾਂ ਜਿਹੜੀਆਂ ਆ ਉਹ ਅਸੀਂ ਕਰ ਰਹੇ ਹਾਂ ਗਿਆਨੀ ਸੰਤੋਖ ਸਿੰਘ ਜੀ ਹੋਰਾਂ ਦੇ ਨਾਲ, ਜਿਹੜੇ ਕਿ ਆਸਟ੍ਰੇਲੀਆ ਤੋਂ ਆਏ ਆ। ਸੋ ਦਿਲ ਕਰਦਾ ਕਿ ਗੱਲਾਂ ਜਿਹੜੀਆਂ ਇਸੇ ਤਰ੍ਹਾਂ ਹੀ ਅਸੀਂ ਕਰੀ ਜਾਈਏ ਇਹਨਾਂ ਦੇ ਨਾਲ। ਸਮਾਂ ਆਪਣੇ ਕੋਲ 4 ਮਿੰਟ ਦਾ ਰਹਿ ਗਿਆ। ਗਿਆਨੀ ਜੀ, ਕੋਈ ਜ਼ਿੰਦਗੀ ਦੀ ਇਹੋ ਜਿਹੀ ਗੱਲ, ਇੰਨਾ ਲੰਮਾ ਤਜਰਬਾ ਤੁਹਾਡਾ ਰਿਹਾ ਵੱਖ-ਵੱਖ ਮੁਲਕਾਂ 'ਚ ਵੀ ਜਾਣ ਦਾ, ਕੋਈ ਇਹੋ ਜਿਹੀ ਗੱਲ ਜਿਹੜੀ ਦਰਸ਼ਕਾਂ ਦੇ ਨਾਲ ਸਾਂਝੀ ਕਰਨੀ ਚਾਹੋ ਤੁਸੀਂ? ਬਸ ਇਹ ਹੈ, ਇੱਥੋਂ ਦੇ ਪੰਜਾਬ ਦੇ ਨੌਜਵਾਨ, ਖਾਸ ਕਰਕੇ ਸਿੱਖ ਨੌਜਵਾਨ ਅਤੇ ਪੇਂਡੂ ਪਿਛੋਕੜ ਵਾਲੇ ਨੌਜਵਾਨ, ਜਿਨ੍ਹਾਂ ਦਾ ਖੇਤੀ 'ਤੇ ਨਿਰਭਰ ਆ ਪਰਿਵਾਰਾਂ ਦਾ, ਉਹ ਕਿਉਂਕਿ ਖੁਸ਼ਹਾਲੀ ਆਈ ਆ ਸਮੇਂ ਦੇ ਨਾਲ। ਜਦੋਂ ਅਸੀਂ ਛੱਡਿਆ ਇੱਥੋਂ ਨੀਅਰਲੀ ਹਾਫ ਸੈਂਚਰੀ ਉਹ ਚੱਲੀ ਆ, ਉਹਦੇ ਨਾਲ ਅੱਜ ਪੰਜਾਬ ਆਰਥਿਕ ਅਤੇ ਵਿਦਿਅਕ ਤੌਰ 'ਤੇ ਸਾਨੂੰ ਬਹੁਤ ਗਾਂਹ ਹੋਇਆ ਦੀਦਾ। ਮੈਂ ਤਾਂ ਕਈ ਵਾਰੀ ਇਹ ਸਮਝਦਾ ਵੀ ਅੱਧੀ ਸਦੀ ਬਾਹਰ ਰਹਿ ਕੇ ਅਤੇ ਮੈਂ ਤਾਂ ਆਪਣੇ ਸੱਜਣ ਮਿੱਤਰਾਂ ਨਾਲ ਸਗੋਂ ਆਰਥਿਕ ਤੌਰ 'ਤੇ ਪਛੜਿਆ ਹੋਇਆ ਵਾਂ, ਇੱਥੇ ਸਾਡੇ ਨਾਲ ਵੀ ਅੱਗੇ ਨੇ। ਪਰ ਉਹਦਾ ਨੁਕਸਾਨ, ਹਰ ਚੰਗੀ ਗੱਲ ਦੇ ਵਿੱਚੋਂ ਮਾੜੀ ਨਿਕਲਦੀ ਹੈ ਅਤੇ ਮਾੜੀ 'ਚੋਂ ਚੰਗੀ ਨਿਕਲਦੀ ਹੈ। ਉਹ ਫਿਰ ਜ਼ਮੀਨਾਂ ਦੀਆਂ ਕੀਮਤਾਂ ਵੱਧ ਗਈਆਂ, ਜ਼ਮੀਨਾਂ ਦੇ ਪ੍ਰੋਡਕਸ਼ਨ ਵੱਧ ਗਈ, ਅਤੇ ਬੱਚੇ ਬੱਚੀਆਂ ਕਿਸਾਨਾਂ ਨੇ ਯੂਨੀਵਰਸਿਟੀ ਤੱਕ ਪੜ੍ਹਾ ਲਈਆਂ। ਹੁਣ ਜਿਹੜਾ ਕਾਲਜ ਅਤੇ ਯੂਨੀਵਰਸਿਟੀ ਦਾ ਮੂੰਹ ਵੇਖ ਲੈਂਦਾ, ਉਹ ਨਹੀਂ ਕੰਮ, ਪਿਤਾ ਪੁਰਖੀ ਕੰਮ ਨਹੀਂ ਕਰਦਾ, ਉਹਨੂੰ ਤਾਂ ਜਾਂ ਤਾਂ ਅਫਸਰੀ ਚਾਹੀਦੀ ਆ, ਉਹ ਮਿਲਦੀ ਨਹੀਂ, ਫਿਰ ਉਹ ਬਾਹਰ ਨੂੰ ਭੱਜਦਾ ਹੈ ਬਾਈ ਹੁੱਕ ਔਰ ਬਾਈ ਕਰੁੱਕ, ਜਾਇਜ਼ ਤਰੀਕੇ ਨਾਲ, ਨਜਾਇਜ਼ ਤਰੀਕੇ ਨਾਲ। ਜਾਇਜ਼ ਤਰੀਕੇ 'ਤੇ ਇਹ ਆ ਕਿ ਭਾਈ ਤੁਹਾਡੀ ਇੰਨੀ ਕੁਆਲੀਫਿਕੇਸ਼ਨ ਹੈ, ਉਸ ਮੁਲਕ 'ਚ ਤੁਹਾਡੇ ਤੋਂ ਬਿਨਾਂ ਸਰਦਾ ਨਹੀਂ, ਉਹ ਤੁਹਾਨੂੰ ਸਰਕਾਰ ਸੱਦੇ, ਕੰਪਨੀ ਸੱਦੇ, ਨੌਕਰੀ ਦੇਵੇ। ਦੂਜਾ ਆ ਤੁਹਾਡਾ ਬਾਹਰ ਵਿਆਹ ਹੋਵੇ। ਤੀਜਾ ਅੱਜ ਕੱਲ੍ਹ ਜਿਹੜਾ ਲੋੜ ਹੈ ਵਿਦਿਆਰਥੀ ਬਣ ਕੇ ਜਾਵੇ, ਅਤੇ ਵਿਆਹ ਦੇ ਬੇਸ 'ਤੇ ਜਾਓ, ਵਿਦਿਆਰਥੀ ਬਣ ਕੇ ਜਾਓ, ਵਰਕਿੰਗ ਵੀਜ਼ੇ 'ਤੇ ਜਾਓ, ਹਾਂਜੀ ਮਾਈਗ੍ਰੈਂਟ ਹੋ ਕੇ ਜਾਓ। ਇਹ ਤਾਂ ਬਹੁਤ ਚੰਗਾ ਹੈ, ਕਿਉਂਕਿ ਕਬੀਰ ਧਰਤੀ ਸਾਧਕੀ, ਇਹ ਸਾਰਾ ਦੁਨੀ ਸੁਹਾਵਾ ਬਾਗ ਨਿਰੰਕਾਰ ਦਾ ਸਾਜਿਆ ਹੋਇਆ ਸਾਡੇ ਵਾਸਤੇ। ਅਸੀਂ ਕਿਤੇ ਵੀ ਜਾ ਕੇ ਬਹਿ ਕੇ ਰੋਜੀ ਕਮਾ ਸਕਦੇ ਹਾਂ, ਪਰ ਸਰਕਾਰਾਂ ਦੇ ਕਾਨੂੰਨ ਨਾਲ ਸਾਨੂੰ ਪਾਬੰਦ ਹੋਣਾ ਪੈਂਦਾ। ਜੇ ਸਰਕਾਰਾਂ ਇਉਂ ਖੁੱਲ੍ਹ ਕਰ ਦੇਣ ਅਤੇ ਫਿਰ ਪ੍ਰਬੰਧ ਨਹੀਂ ਚੱਲਦਾ। ਸੋ ਇਸ ਲਈ ਇਮਾਨਦਾਰੀ ਤਰੀਕੇ ਨਾਲ ਜੇ ਕੋਈ ਜਾਂਦਾ ਬਾਹਰ, ਕਿਉਂਕਿ ਐਜੂਕੇਸ਼ਨ, ਟਰਾਂਸਪੋਰਟੇਸ਼ਨ, ਕਮਿਊਨੀਕੇਸ਼ਨ ਨਾਲ ਸੰਸਾਰ ਦੀ ਗਲੋਬਲਾਈਜੇਸ਼ਨ ਹੋ ਗਈ ਹੈ। ਸਾਰਾ ਸੰਸਾਰ ਗਲੋਬਲ ਵਿਲੇਜ ਬਣ ਗਿਆ। ਇਸ ਲਈ ਜਿੱਥੇ ਵੀ ਤੁਸੀਂ ਇਮਾਨਦਾਰੀ ਨਾਲ ਕੰਟਰੀਬਿਊਟ ਕਰ ਸਕਦੇ ਹੋ, ਆਪਣੀ ਯੋਗਤਾ ਦਾ ਮੁੱਲ ਵਜੋਂ ਪ੍ਰੋਵਾਈਡ ਕਰ ਸਕਦੇ ਹੋ ਕਿਸੇ ਸੰਸਥਾ ਜਾਂ ਸਰਕਾਰ ਨੂੰ, ਉੱਥੇ ਹੀ ਭਲਾ ਆ, ਉੱਥੇ ਹੀ ਸਾਡਾ ਹੱਕ ਆ। ਪਰ
ਏਜੰਟਾਂ ਦੇ ਸਬਜ਼ ਬਾਗ ਵਿਖਾ ਕੇ ਚੜੇ ਹੋਏ ਉਹਨਾਂ ਦੇ ਟੇਟੇ ਲੱਖਾਂ ਰੁਪਈਏ ਉਜਾੜ ਕੇ ਖੱਜਲ ਖੁਆਰ ਹੋ ਕੇ ਵਾਪਸ ਆਉਣਾ, ਇਉਂ ਨਹੀਂ ਕਰਨਾ ਚਾਹੀਦਾ। ਅਤੇ ਇੱਥੇ ਜਿਹੜਾ ਅਸੀਂ ਕੰਮ ਕਰਨ ਦਾ ਸੰਗਦੇ ਹਾਂ, ਮੈਂ 40 ਸਾਲ ਦੀ ਉਮਰ ਜਾ ਕੇ ਉੱਥੇ ਸਿਕਿਉਰਿਟੀ, ਕਲੀਨਿੰਗ, ਖੇਤਾਂ ਦੇ ਵਿੱਚ, ਫੈਕਟਰੀਆਂ 'ਚ ਸਾਰੇ ਤਰ੍ਹਾਂ ਦੇ ਕੰਮ ਕੀਤੇ ਆ। ਬੈਂਕ 'ਚ ਵੀ ਨੌਕਰੀ, ਬੱਸ ਕੰਡਕਟਰੀ ਵੀ, ਰੇਲਵੇ ਵੀ, ਡਾਕਖਾਨੇ ਦੇ ਵਿੱਚ ਵੀ, ਅਤੇ ਆਪਣਾ ਕੀ ਉਹਨੂੰ ਕਹਿੰਦੇ ਨੇ ਟ੍ਰੇਨੀ ਬੱਸ ਡਰਾਈਵਰ ਵੀ। ਸੋ ਇਸ ਲਈ ਸਾਨੂੰ ਬਾਹਰ ਕੋਈ ਅਲਾਮਾ ਨਹੀਂ, ਹਰ ਕੰਮ ਕਰਨ ਲਈ ਤਿਆਰ ਆ। ਪਰ ਇੱਥੇ ਰੱਜੇ ਪੁੱਜੇ ਘਰ ਦਾ ਨੌਜਵਾਨ ਪਾਣੀ ਦਾ ਗਲਾਸ ਨਹੀਂ ਆਪ ਭਰ ਕੇ ਪੀਂਦਾ, ਨਹਾ ਕੇ ਆਪਣਾ ਕੱਛਾ ਨਿਚੋੜ ਕੇ ਤਾਰ 'ਤੇ ਸੁੱਕਣਾ ਨਹੀਂ ਪਾਉਂਦਾ। ਪਰ ਉੱਥੇ ਵੀ ਆਟੇ ਦਾਣੇ ਦਾ ਭਾਅ ਪਤਾ ਲੱਗਦਾ। ਈਵਨ ਲੀਗਲੀ ਸਟੂਡੈਂਟ ਜਾ ਕੇ ਵੀ ਤੁਸੀਂ ਆਪਣੀ ਰੋਟੀ ਆਪ ਪਕਾਉਣੀ, ਕੱਪੜੇ ਆਪ ਧੋ ਕੇ ਪ੍ਰੈਸ ਕਰਨੇ ਆ। ਕੰਮ ਲੱਭਣ ਜਾਣਾ ਉਹ ਕਰਨ ਨਾਲੋਂ ਵੀ ਔਖਾ ਆ। ਜੇ ਕੋਈ ਸਵੇਰ ਤੋਂ ਸ਼ਾਮ ਤੱਕ ਦਰ ਫਿਰ ਕੇ ਭੁੱਖੇ ਤੱਕ ਤੇ ਆਏ, ਸ਼ਾਮ ਨੂੰ ਖਾਲੀ ਆ ਜਾਣਾ, ਅਤੇ ਪੜ੍ਹਨ ਵੀ ਜਾਣਾ, ਅਤੇ ਫਿਰ ਪਛਤਾਉਂਦੇ ਆ ਵੀ ਇਹਦੇ ਨਾਲ ਉੱਥੇ ਚੰਗਾ ਸੀ ਪਿੰਡ। ਪਰ ਫਿਰ ਜਿਹੜਾ ਚਲਿਆ ਜਾਂਦਾ, ਸਾਲ 2 ਸਾਲ ਕੱਟ ਗਿਆ, ਫਿਰ ਉੱਥੇ ਉਹ ਐਡਜਸਟ ਹੋ ਜਾਂਦਾ। ਜਿਵੇਂ ਤੁਸੀਂ ਗਿਆਨੀ ਜੀ 10 ਕਿਤਾਬਾਂ ਲਿਖੀਆਂ ਨੇ, ਮਾਣ ਸਨਮਾਨ ਵੀ ਪ੍ਰਾਪਤ ਹੋਏ ਵੱਖ-ਵੱਖ ਜਗ੍ਹਾ ਤੋਂ। ਉਹ ਤੇ ਮੇਰੀ ਯੋਗਤਾ ਨਾਲੋਂ ਤੇ ਮੇਰੇ ਕੰਮ ਤੇ ਮੇਰੀ ਸੇਵਾ ਨਾਲੋਂ ਕਿਤੇ ਵੱਧ ਮਾਣ ਪ੍ਰਾਪਤ ਹੋਇਆ। ਹਰ ਸੱਜਣ ਕੋਲੋਂ ਮੈਨੂੰ ਮਾਣ ਆ ਸਤਿਗੁਰੂ ਦੀ ਕਿਰਪਾ ਨਾਲ ਵੀ ਮੈਂ ਆਪਣੀ ਲਿਖਤ ਤੇ ਆਪਣੀ ਬੋਲੀ ਦੇ ਨਾਲ 4 ਪੀੜ੍ਹੀਆਂ ਕਮਿਊਨੀਕੇਟ ਕਰ ਸਕਦਾ, ਸੰਪਰਕ ਕਰ ਸਕਦਾ। 4 ਪੀੜ੍ਹੀਆਂ, ਮੇਰੇ ਤੋਂ ਪਹਿਲੀ ਪੀੜ੍ਹੀ, ਮੇਰੀ ਪੀੜ੍ਹੀ, ਮੇਰੇ ਬੱਚਿਆਂ ਦੀ ਪੀੜ੍ਹੀ, ਮੇਰੇ ਬੱਚਿਆਂ ਦੇ ਬੱਚਿਆਂ ਦੀ ਪੀੜ੍ਹੀ ਮੇਰੀਆਂ ਲਿਖਤਾਂ ਪੜ੍ਹ ਕੇ ਇੰਜੋਏ ਕਰਦੇ ਨੇ। ਇਹ ਫੂਸ਼ ਹਾਸਾ ਨਹੀਂ ਹੁੰਦਾ, ਪਰ ਸਾਰੀ ਸਿਚੁਏਸ਼ਨ ਨੂੰ ਬਿਆਨ ਕਰਦਿਆਂ ਕੋਈ ਇਸ ਤਰ੍ਹਾਂ ਹੀ ਵੈਕੈਬਲਰੀ, ਸ਼ਬਦਾਵਲੀ ਆ ਜਾਂਦੀ ਹੈ ਕਿ ਪਾਠਕ ਦੇ ਚਿਹਰੇ ਉੱਪਰ ਮੁਸਕਰਾਹਟ ਆ ਜਾਵੇ। ਇੱਕ ਬੀਬੀ ਉੱਥੇ 40 ਸਵਰਗਾਂ 'ਚ ਵਾਸਾ ਹੋਏ ਚਲੀ ਗਈ ਸੰਸਾਰ ਤੋਂ, ਅਤੇ ਮੇਰੇ ਤੋਂ 5-7 ਸਾਲ ਵੱਡੀ ਹੋਏਗੀ, ਅਤੇ ਮੈਂ ਬੱਚੇ ਉਹਦੇ ਮੈਨੂੰ ਮਤਲਬ ਭਾਜੀ ਕਹਿੰਦੇ ਛੋਟੀ ਉਮਰ ਦੇ। ਅਤੇ ਮੈਂ ਇੱਕ ਦਿਨ ਕਿਹਾ, ਇਕੱਠੇ ਹੋਏ ਕਿਤੇ ਕਿਸੇ ਦੇ ਘਰ, ਮੈਂ ਕਿਹਾ ਬੀਬੀ ਜੀ ਕੀ ਹਾਲ ਆ ਤੁਹਾਡਾ? ਕਹਿੰਦੀ ਤੇਰੀਆਂ ਕਿਤਾਬਾਂ ਪੜ੍ਹ ਕੇ ਮੇਰੇ ਸਾਰੇ ਰੋਗ ਦੂਰ ਹੋ ਗਏ। ਉਹ ਛੋਟਾ ਮੁੰਡਾ ਕਹਿੰਦਾ ਵੀ ਬਈ ਜੀ ਇਕੱਲੇ ਹੀ ਹੱਸਦੇ ਰਹਿੰਦੇ ਆ, ਅਤੇ ਜਦੋਂ ਅਸੀਂ ਸਮਝਦੇ ਹਾਂ ਕਿਤੇ ਟੈਲੀਫੋਨ 'ਤੇ ਗੱਲ ਕਰ ਰਹੇ ਆ, ਜੋ ਬਾਰੀ ਥਾਣੀ ਵੇਖਦੇ ਹਾਂ ਅਤੇ ਤੁਹਾਡੀ ਕਿਤਾਬ ਪੜ੍ਹੀ ਹੁੰਦੀ ਆ। ਸੋ ਇਸ ਤਰ੍ਹਾਂ ਇਹਨਾਂ ਹਲਕਾ ਫੁਲਕਾ ਮੈਂ ਲਿਖਦਾ, ਪਰ ਗੱਲ ਉਹਦੇ ਵਿੱਚ ਹੁੰਦੀ ਆ ਪੰਜਾਬ ਦੀ, ਪੰਥ ਦੀ, ਸਿੱਖੀ ਦੀ, ਅਕਾਲੀ ਦਲ ਦੀ, ਸ਼੍ਰੋਮਣੀ ਕਮੇਟੀ ਦੀ, ਗੁਰਮੁਖੀ ਅੱਖਰਾਂ ਦੀ, ਪੰਜਾਬੀ ਬੋਲੀ ਦੀ, ਪੰਜਾਬੀਅਤ ਦੀ, ਕਿਸੇ ਨਾ ਕਿਸੇ ਰੂਪ ਵਿੱਚੋਂ ਗੱਲ ਹੁੰਦੀ ਹੈ। ਅਤੇ ਅੱਜ ਕੱਲ੍ਹ ਤੁਹਾਡੇ ਕੀ ਰੁਝੇਵੇਂ ਆ ਹੁਣ? ਬਸ ਇੱਥੇ ਤਾਂ ਹੁਣ ਰੁਝੇਵੇਂ ਇਹ ਸੀ ਵੀ ਹੁਣ ਮੈਂ ਸਮਾਨ ਪੈਕ ਕਰਵਾ ਰਿਹਾ ਵਾਂ ਆਪਣੇ ਸਿਸਟਰ ਇਨ ਲਾ ਦੀ ਸਹਾਇਤਾ ਦੇ ਨਾਲ, ਅਤੇ ਤੁਹਾਡੀ ਉਡੀਕ ਸੀ। ਸਵੇਰੇ ਦਰਬਾਰ ਸਾਹਿਬ ਗਏ, ਨਿਤਨੇਮ ਕੀਤਾ, ਦਵਾਈਆਂ ਖਾਧੀਆਂ ਗਰਮ ਪਾਣੀ ਨਾਲ, ਅਤੇ ਚਾਹ ਸਵੇਰ ਦੀ 2 ਵਾਰੀ ਵੀ, ਹੁਣ 3 ਵਾਰੀ ਤੁਹਾਡੇ ਨਾਲ ਪੀ ਲਈ। ਅਤੇ ਇਸ ਤਰ੍ਹਾਂ ਹੀ ਹੁਣ ਹੋਰ ਸੱਜਣਾਂ ਨੇ ਆਉਣਾ ਆ। ਸ਼ਾਮ ਨੂੰ ਮੈਂ ਫਿਰ ਮਜੀਠਾ ਰੋਡ 'ਤੇ ਧਾਰਮਿਕ ਸਮਾਗਮ ਹੈ, ਉੱਥੋਂ ਹੀ ਫੈਮਿਲੀ ਆਈ ਹੋਈ ਆਸਟ੍ਰੇਲੀਆ ਤੋਂ, ਮੈਲਬਰਨ ਤੋਂ। ਵਾਪਸੀ ਕਦੋਂ? ਵਾਪਸ ਕੱਲ੍ਹ ਨੂੰ ਮੈਂ ਇੱਥੋਂ ਸਵੇਰੇ 5 ਵਜੇ ਘਰੋਂ ਨਿਕਲ ਜਾਣਾ, ਅਤੇ ਇੱਥੋਂ ਜਹਾਜ਼ ਫੜ ਕੇ ਦਿੱਲੀੋਂ ਕੱਲ੍ਹ ਨੂੰ 22 ਆ, ਦਿੱਲੀ ਸਿਡਨੀ ਪਹੁੰਚਦਿਆਂ 23 ਹੋ ਜਾਣੀ ਆ, ਅਤੇ ਉੱਥੇ 24 ਨੂੰ ਫਿਰ ਉੱਥੇ ਇੱਕ ਸਮਾਗਮ 'ਚ ਲੈਕਚਰ ਦੇ ਕੇ, ਅਤੇ ਸ਼ਾਮ ਨੂੰ ਸਾਹਿਤਕ ਸਮਾਗਮ 'ਚ ਮੈਲਬਰਨ ਜਾ ਸ਼ਾਮਲ ਹੋਣਾ। ਇਹ ਮੇਰੇ ਸੋ ਬਿਲਕੁਲ ਇਹ ਸਨ ਗਿਆਨੀ ਸੰਤੋਖ ਸਿੰਘ ਜੀ ਆਸਟ੍ਰੇਲੀਆ ਵਾਲੇ, ਜਿਹੜੇ ਕਿ ਇੱਥੇ ਖਾਸ ਤੌਰ ਦੇ ਉੱਤੇ ਭਾਰਤ ਸਰਕਾਰ ਦੇ ਵੱਲੋਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਿਹੜੇ 65 ਸਿੱਖ ਵੱਖ-ਵੱਖ ਦੇਸ਼ਾਂ ਤੋਂ ਚੁਣੇ ਗਏ ਸੀ, ਉਹਨਾਂ ਦੇ ਵਿੱਚ ਇੱਥੇ ਪਹੁੰਚੇ ਅਤੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਵੀ ਹਿੱਸਾ ਲਿਆ, ਅਤੇ ਸਾਡੇ ਨਾਲ ਵੀ ਇਹਨਾਂ ਦੀ ਗੱਲਬਾਤ ਹੋਈ, ਅਤੇ ਅਸੀਂ ਵੀ ਇਹਨਾਂ ਦੇ ਕੋਲ ਪਹੁੰਚ ਕੇ ਇਹਨਾਂ ਦੀ ਇੰਟਰਵਿਊ ਕੀਤੀ। ਆਸ ਕਰਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ। ਸੋ ਇਸ ਪ੍ਰੋਗਰਾਮ ਦਾ ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਇਸ ਪ੍ਰੋਗਰਾਮ ਨੂੰ ਅੱਗੇ ਲੈ ਕੇ ਜਾਈਏ, ਸੋ ਇੱਥੇ ਹੀ ਤੁਹਾਡੇ ਤੋਂ ਆਗਿਆ ਚਾਹਾਂਗੇ। ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।